जी का खालसा वाहिगुरु जी की फतेह। गुरमुख प्रतीत भई मन मानिया, आन दिन सेवा करत समाए। गुरु रामदास महाराज कहते हैं जिहड़ा गुरमुख है ना, ਉਹਦੀ ਪ੍ਰਤੀਤ ਹੈ। ਪ੍ਰਤੀਤ ਕਹਿ ਲਓ, ਭਰੋਸਾ ਕਹਿ ਲਓ, ਵਿਸ਼ਵਾਸ ਕਹਿ ਲਓ, ਇਹਦਾ ਅਰਥ ਕੀ ਹੈ? ਜਿਨ੍ਹਾਂ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੈ, ਭਰੋਸਾ ਹੈ, ਉਹਨਾਂ ਦਾ ਮਨ ਮੰਨ ਜਾਂਦਾ ਹੈ ਵੀ ਜੋ ਗੁਰੂ ਕਹਿੰਦੇ ਸੱਚ ਕਹਿੰਦੇ, ਜੋ ਕਹਿੰਦੇ ਗੁਰੂ ਕਰਦੇ ਹਮੇਸ਼ਾ। ਜਿਨ੍ਹਾਂ ਦੀ ਪੂਰੇ ਸਤਿਗੁਰੂ ਤੇ ਪ੍ਰਤੀਤ ਹੈ, ਭਰੋਸਾ ਹੈ, ਵਿਸ਼ਵਾਸ ਹੈ, ਉਹਨਾਂ ਦਾ ਫਿਰ ਮਨ ਮੰਨ ਜਾਂਦਾ ਹੈ। ਗੁਰਮੁਖ ਜਿੱਦਣ ਮਨ ਮੰਨੇਗਾ, ਭਰੋਸਾ ਵੀ ਉਦਣ ਹੀ ਮੰਨਣਾ। ਜੇ ਹਜੇ ਗੁਰੂ ਨਾਨਕ ਸਾਹਿਬ ਦੇ ਘਰ ਤੇ ਕਿਸੇ ਦਾ ਮਨ ਨਹੀਂ ਨਾ ਮੰਨਿਆ, ਫਿਰ ਗੁਰੂ ਸਾਹਿਬ ਤੇ ਵਿਸ਼ਵਾਸ ਵੀ ਨਹੀਂ ਬਣੇਗਾ। ਤੇ ਵਿਸ਼ਵਾਸ ਭਲਾ ਕਦੋਂ ਬਣੇਗਾ? ਵਿਸ਼ਵਾਸ ਉਦੋਂ ਬਣੇਗਾ ਜਦੋਂ ਸੰਸਾਰ ਤੋਂ ਸਾਡਾ ਵਿਸ਼ਵਾਸ ਟੁੱਟੇਗਾ। ਸੰਸਾਰ ਵਾਲੇ ਪਾਸਿਓਂ ਜਦੋਂ ਕਿਸੇ ਮਨੁੱਖ ਨਾਲ ਧੋਖਾ ਹੁੰਦਾ ਹੈ, ਕੋਈ ਆਪਣਾ ਦੁੱਖ ਦਿੰਦਾ ਹੈ, ਕੋਈ ਸਾਡੇ ਜਦੋਂ ਭਰੋਸੇ ਨੂੰ ਤੋੜਦਾ, ਰੱਬ ਤੇ ਭਰੋਸਾ ਸਾਡਾ ਉਦੋਂ ਬਣਨਾ ਹੈ ਜਦੋਂ ਸਾਡੇ ਨਾਲ ਕੋਈ ਵਿਸ਼ਵਾਸਘਾਤ ਕਰਦਾ। ਦੂਸਰਾ, ਜੇ ਗੁਰਮੁਖ ਪਿਆਰਿਓ ਧਰੂ ਦੀ ਮਾਂ ਬਾਪ ਦੀ ਬੁੱਕਲ ਚੋਂ ਧੱਕਾ ਨਾ ਦਿੰਦੀ, ਧਰੂ ਕਦੇ ਵੀ ਭਗਤ ਨਹੀਂ ਸੀ ਬਣਦਾ। ਉਹਦਾ ਵਿਸ਼ਵਾਸ ਟੁੱਟਿਆ। ਸੰਸਾਰ ਵਾਲੇ ਪਾਸਿਓਂ ਰੱਬ ਤੇ ਵਿਸ਼ਵਾਸ ਬਣਿਆ ਵੀ ਰੱਬ ਹੀ ਸਭ ਕੁਝ ਦਿੰਦਾ ਹੈ। ਜਿੰਨਾ ਚਿਰ ਸਾਡਾ ਸੰਸਾਰ ਵਾਲੇ ਪਾਸਿਓਂ ਵਿਸ਼ਵਾਸ ਨਹੀਂ ਟੁੱਟਦਾ, ਉਹਨਾਂ ਚਿਰ ਰੱਬ ਤੇ ਵਿਸ਼ਵਾਸ ਬਣਨਾ ਵੀ ਸਾਡਾ ਕੋਈ ਨਹੀਂ ਹੈ। ਤੇ ਜਿਨ੍ਹਾਂ ਦਾ ਵਿਸ਼ਵਾਸ ਹੈ, ਉਹਨਾਂ ਦਾ ਮਨ ਮੰਨ ਜਾਂਦਾ ਹੈ ਵੀ ਜੋ ਗੁਰੂ ਕਰਦੇ, ਰੱਬ ਕਰਦੇ, ਉਹਦੀ ਰਜ਼ਾ ਹੈ। ਭਗਤ ਕਬੀਰ ਜੀ ਨੇ ਕਿਹਾ, ਕਹੋ ਕਬੀਰ ਮਨ ਮਾਨਿਆ ਤੋ ਹਰ ਜਾਣਿਆ। ਇੱਥੇ ਮਹਾਰਾਜ ਕਹਿੰਦੇ ਗੁਰਮੁਖ ਪ੍ਰਤੀਤ ਭਈ, ਜਿਹੜਾ ਗੁਰੂ ਨੂੰ ਮੁੱਖ ਰੱਖ ਕੇ ਚੱਲਦੇ, ਪ੍ਰਤੀਤ ਵੀ ਭਰੋਸਾ ਵੀ ਉਹਦਾ ਹੀ ਗੁਰੂ ਤੇ ਹੁੰਦਾ ਹੈ। ਨਹੀਂ ਤੇ ਤੁਹਾਨੂੰ ਅਨੇਕਾਂ ਸਰੀਰ ਥਾਂ ਥਾਂ ਤੇ ਮੱਥੇ ਟੇਕਣ ਵਾਲੇ ਮਿਲ ਜਾਣਗੇ, ਉਹਨਾਂ ਦਾ ਗੁਰੂ ਸਾਹਿਬ ਤੇ ਵਿਸ਼ਵਾਸ ਹੀ ਨਹੀਂ ਹੈ। ਵਿਸ਼ਵਾਸ ਦੀਆਂ ਉਦਾਹਰਨਾਂ ਅਸੀਂ ਇਤਿਹਾਸ ਚੋਂ ਬਹੁਤ ਲੈ ਸਕਦੇ ਹਾਂ। ਬਹੁਤ ਵੱਡਾ ਇਤਿਹਾਸ ਹੈ। ਜਿਨ੍ਹਾਂ ਨੇ ਵਿਸ਼ਵਾਸ ਕੀਤਾ, ਉਹਨਾਂ ਦੇ ਬੇੜੇ ਗੁਰੂ ਨਾਨਕ ਸਾਹਿਬ ਦੇ ਘਰੋਂ ਪਾਰ ਲੱਗੇ ਹੈ ਔਖਾ, ਸਾਰਿਆਂ ਦਾ ਵਿਸ਼ਵਾਸ ਬਣਦਾ ਨਹੀਂ ਹੈ। ਗੁਰੂ ਸਾਹਿਬ ਜੀ ਕਹਿਣ, ਭਾਈ ਲਹਿੜਾ ਜੀ ਤੁਸੀਂ ਬੇਰੀ ਦੇ ਟਾਹਣ ਨੂੰ ਹਿਲਾਓ, ਇੱਥੇ ਮਠਿਆਈ ਲੱਗੀ ਹੈ। ਇੱਕ ਦਰਖਤ ਦੇ ਟਾਹਣ ਨੂੰ ਹਿਲਾਓ, ਮਠਿਆਈ ਲੱਗੀ ਹੈ। ਕਿੰਨਿਆਂ ਕੁ ਦਾ ਵਿਸ਼ਵਾਸ ਬਣਿਆ? ਕੁੜਤੇ ਖਿੱਚਣ ਵਾਲੇ ਤੇ ਬਹੁਤ ਸਨ। ਭਾਈ ਲਹਿਣਾ ਜੇ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਮਠਿਆਈ ਡਿੱਗੇਗੀ ਦਰਖਤ ਨਾਲੋਂ, ਤੇ ਤੁਹਾਨੂੰ ਤੇ ਤੁਸੀਂ ਤੇ ਸਿਆਣੇ ਹੀ ਹੋ, ਤੁਹਾਨੂੰ ਤੇ ਪਤਾ ਕਦੇ ਦਰਖਤ ਨੂੰ ਮਠਿਆਈ ਨਹੀਂ ਲੱਗਦੀ। ਕੁੜਤਾ ਖਿੱਚਣ ਵਾਲੇ ਬਹੁਤ ਸਾਰੇ, ਨਹੀਂ ਹੋ ਸਕਦਾ। ਵਿਸ਼ਵਾਸ ਤੇ ਇੱਕ ਦਾ ਹੀ ਸੀ, ਭਾਈ ਲਹਿਣੇ ਦਾ। ਕਹਿੰਦੇ ਜੇ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਨਾ ਦਰਖਤ ਨੂੰ ਮਠਿਆਈ ਲੱਗੀ ਹੈ, ਤੇ ਭਾਈ ਲਹਿਣੇ ਵਾਸਤੇ ਤੇ ਲੱਗੀ ਹੈ, ਤੁਹਾਡੇ ਵਾਸਤੇ ਨਹੀਂ ਹੋ ਸਕਦੀ ਹੈ। ਵਿਸ਼ਵਾਸ ਬਣਾਉਣਾ ਬੜੀ ਔਖੀ ਗੱਲ ਹੈ। ਭਾਈ ਲਹਿਣੇ ਨੇ ਜੇ ਮਹਾਰਾਜ ਨੇ ਅੱਧੀ ਰਾਤ ਕਿਹਾ ਨਾ, ਦਿਨ ਚੜ੍ਹ ਗਿਆ। ਉਹਨਾਂ ਇਹ ਨਹੀਂ ਕਿਹਾ ਅੱਧੀ ਰਾਤ, ਕਹਿੰਦੇ ਜੇ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਤੇ ਦਿਨ ਚੜ੍ਹ ਗਿਆ, ਮੇਰੇ ਵਾਸਤੇ ਦੇਣ ਹੈ। ਤੇ ਜਿਨ੍ਹਾਂ ਦੇ ਅੰਦਰ ਗੁਰੂ ਸਾਹਿਬ ਦੀ ਪ੍ਰਤੀਤ ਹੈ, ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ। ਰੱਬ ਵੀ ਉਹਨਾਂ ਨੂੰ ਚੇਤੇ ਆਉਂਦਾ ਜਿਨ੍ਹਾਂ ਦੀ ਗੁਰੂ ਤੇ ਪ੍ਰਤੀਤ ਹੈ, ਜਿਨ੍ਹਾਂ ਦਾ ਗੁਰੂ ਤੇ ਭਰੋਸਾ ਹੈ, ਜਿਨ੍ਹਾਂ ਦਾ ਗੁਰੂ ਤੇ ਵਿਸ਼ਵਾਸ ਹੈ, ਜਿਨ੍ਹਾਂ ਦਾ ਮਨ ਮੰਨ ਗਿਆ। ਜੇ ਮਨ ਨਹੀਂ ਮੰਨਿਆ ਫਿਰ ਕੁਝ ਵੀ ਨਹੀਂ। ਮਨ ਮੰਨਿਆ ਤੋ ਹਰ ਜਾਣਿਆ। ਜੇ ਮਨ ਮੰਨੇਗਾ ਤੇ ਰੱਬ ਬਾਰੇ ਜਾਣਿਆ ਜਾਣਾ। ਜੇ ਗੁਰੂ ਤੇ ਵਿਸ਼ਵਾਸ ਨਹੀਂ ਹੈ ਤੇ ਫਿਰ ਮਹਾਰਾਜ ਕਹਿੰਦੇ ਹੈ ਬੜੀ ਔਖੀ ਗੱਲ ਹੈ। ਦਾਸ ਨੇ ਅੱਗੇ ਵੀ ਇੱਕ ਵਾਰੀ ਬੇਨਤੀ ਕੀਤੀ ਸੀ ਵੀ ਇੱਕ ਬੱਚਾ ਉਹ ਕਿਸੇ ਮਹਾਂਪੁਰਖਾਂ ਦਾ ਸੰਗ ਕਰਦਾ, ਸਾਧੂਆਂ ਦਾ ਸੰਗ ਕਰਦਾ ਹੈ, ਤੇ ਸਾਧੂਆਂ ਦੇ ਸੰਗ 'ਚ ਉਹਨੂੰ ਦ੍ਰਿੜ ਕੀ ਕਰਵਾਇਆ ਗਿਆ ਵੀ ਸਾਨੂੰ ਜੀਵਨ ਦੇਣ ਵਾਲਾ ਪਰਮਾਤਮਾ ਹੈ, ਸਾਡਾ ਜਨਮ ਉਹਦੇ ਹੁਕਮ 'ਚ ਹੋਇਆ, ਸਾਡਾ ਜੀਵਨ ਵੀ ਉਹੀ ਚਲਾ ਰਿਹਾ ਤੇ ਸਾਨੂੰ ਸੰਘਾਰਨਾ ਵੀ ਉਹਨੇ ਹੀ ਹੈ। ਤਿੰਨ ਗੱਲਾਂ ਸਾਨੂੰ ਇੱਥੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਆ ਕੇ ਸਿੱਖ ਲੈਣੀਆਂ ਚਾਹੀਦੀਆਂ। ਜਨਮ ਉਹਦੇ ਹੁਕਮ 'ਚ ਹੋਇਆ, ਪ੍ਰਤਪਾਲਣਾ ਵੀ ਉਹੀ ਕਰ ਰਿਹਾ, ਇੱਕ ਦਿਨ ਸੰਘਾਰਨਾ ਵੀ ਉਹਨੇ, ਜਾਣਾ ਵੀ ਉਹਦੀ ਬੁੱਕਲ 'ਚ ਹੈ।
ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਉਂਦੇ ਬਹੁਤ ਨੇ, ਇਹ ਵਿਸ਼ਵਾਸ ਦ੍ਰਿੜ ਕੋਈ ਨਹੀਂ ਕਰਦਾ। ਪਤਾ ਵੀ ਸਾਰਾ ਲੱਗ ਜਾਂਦਾ, ਫਿਰ ਵੀ ਭਗਤ ਕਬੀਰ ਜੀ ਨੇ ਬਹੁਤ ਵਾਰੀ ਸਾਨੂੰ ਬਚਨ ਕਹਿ ਕੇ ਸਮਝਾਇਆ ਵੀ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਕਈ ਵਾਰੀ ਮਨੁੱਖ ਜਾਣ ਵੀ ਜਾਂਦੇ ਪਰ ਉਸ ਗੱਲ ਤੋਂ ਅਣਜਾਣ ਰਹਿੰਦਾ। ਉਹ ਬੱਚੇ ਨੇ ਸਾਧੂਆਂ ਦੀ ਸੰਗਤ ਚੋਂ ਵੀ ਸਾਰਾ ਪ੍ਰਬੰਧ ਵਾਹਿਗੁਰੂ ਕਰਦਾ ਹੈ। ਉਹ ਸਾਧੂ ਸਿਮਰਨ ਵਾਲੇ ਸਨ, ਬਾਣੀ ਪੜ੍ਹਨ ਵਾਲੇ, ਵਾਹਿਗੁਰੂ ਨੂੰ ਜਪਣ ਵਾਲੇ। ਗੁਰੂ ਅਰਜਨ ਸਾਹਿਬ ਕਹਿੰਦੇ ਸੁਖਮਨੀ ਸਾਹਿਬ ਦੀ ਬਾਣੀ ਚ ਰਮਾਈਆ ਕੀ ਗੁਣ ਚੇਤ ਪ੍ਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਣ ਮੈਂ ਜਿਨੇ ਉਬਾਰਿਆ। ਮਹਾਰਾਜ ਕਹਿੰਦੇ ਹੈ ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੀਂ ਉਥੇ ਤੇਰੀ ਰੱਖ। ਮਹਾਰਾਜ ਕਹਿੰਦੇ ਹੈ ਮਾਤ ਗਰਭ ਮੈਂ ਆਪਣ ਸਿਮਰਨ ਦੀ ਤਹਿ ਤੂੰ ਰਾਖਣ ਹਾਰੇ। ਵੀ ਤੇਰਾ ਜਨਮ ਉਹਦੇ ਹੁਕਮ 'ਚ ਹੋਇਆ, ਰੱਬ ਨੇ ਤੈਨੂੰ ਸੰਸਾਰ ਤੇ ਭੇਜਿਆ, ਜਾ ਤੇ ਸੁਭਾਣਾ ਤਾਂ ਜੰਮਿਆ, ਹੁਣ ਵੀ ਤੈਨੂੰ ਰੱਬ ਸਾਂਭ ਰਿਹਾ। ਪ੍ਰਤਪਾਲੇ ਨਿਤ ਸਾਰ ਸੰਭਾਲੇ ਇੱਕ ਗੁਣ ਨਹੀਂ ਮੂਰਖ। ਜਾਤਾ ਨੂੰ ਭਾਵੇਂ ਮੂਰਖ ਮਨੁੱਖ ਰੱਬ ਦੇ ਗੁਣ ਨੂੰ ਨਾ ਜਾਣੇ, ਪ੍ਰਤਪਾਲ ਤੇ ਹੋ ਰਿਹਾ, ਸਾਨੂੰ ਸਵਾਸ ਦਿੰਦੇ ਜਿਉ ਰਹੇ ਹੈ। ਜਿੱਦਨ ਉਹਨੇ ਸਾਡੇ ਵੱਲੋਂ ਧਿਆਨ ਪਾਸੇ ਕਰ ਲਿਆ, ਗੁਰਮੁਖ ਅਸੀਂ ਇੱਕ ਕਦਮ ਨਹੀਂ ਪੁੱਟ ਸਕਣਾ। ਤੇ ਖੀਰ ਨੂੰ ਵੀ ਜਿੱਦਨ ਜਾਣਾ ਵੀ ਉਹਦਾ ਹੁਕਮ ਹੈ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ। ਤਾਂ ਨਿੱਕੇ ਜਿਹੇ ਬੱਚੇ ਨੇ ਸਿੱਖ ਲਿਆ ਵੀ ਵਾਹਿਗੁਰੂ ਦੇ ਹੁਕਮ 'ਚ ਹੀ ਸਭ ਕੁਝ ਹੈ। ਉੱਥੋਂ ਦਾ ਜਿਹੜਾ ਰਾਜਾ ਹੈ ਉਹਦੇ ਘਰੇ ਕੋਈ ਔਲਾਦ ਨਹੀਂ ਹੈ, ਜਿੱਥੇ ਉਹ ਬੱਚਾ ਰਹਿੰਦਾ, ਪਰਿਵਾਰ ਬਹੁਤ ਗਰੀਬ ਹੈ। ਸਾਧੂਆਂ ਕੋਲ ਬੈਠਾ ਰੱਬ ਦੇ ਘਰ ਦੇ ਗੀਤ ਗਾਉਂਦਾ, ਗੱਲਾਂ ਸੁਣਦਾ, ਉੱਥੇ ਬੈਠ ਕੇ ਛਕ ਲੈਂਦਾ। ਉਹ ਡਾਲੀ ਕਰਕੇ, ਕਈਆਂ ਪਿੰਡਾਂ 'ਚ ਡਾਲੀ ਗਜਾ ਕਹਿ ਦਿੰਦੇ ਆ, ਉਹ ਪ੍ਰਸਾਦੇ ਸਾਧੂਆਂ ਵਾਸਤੇ ਲਿਆਉਂਦਾ, ਆਪ ਵੀ ਉੱਥੇ ਛਕ ਲੈਂਦਾ, ਉਹ ਸਾਧੂਆਂ ਨੂੰ ਵੀ ਸਿਖਾਉਂਦਾ। ਨਿੱਕੇ ਜਿਹੇ ਬੱਚੇ ਦੀ ਲਗਨ ਲੱਗ ਗਈ ਸੀ। ਕਈਆਂ ਦੀ 100 ਸਾਲ ਵੀ ਉਮਰ ਹੋ ਜਾਏ ਉਹ ਨਹੀਂ ਜੁੜਦੇ। ਕਈ ਮਾਫ ਕਰਨਾ ਬਚਪਨ ਤੇ ਸੰਸਾਰ ਤੇ ਆਉਂਦਿਆਂ ਸੰਸਾਰ ਦੀ ਸੋਝੀ ਉਹਨਾਂ ਨੂੰ ਬਾਅਦ 'ਚ ਹੁੰਦੀ ਹੈ, ਨਿਰੰਕਾਰ ਨਾਲ ਸਾਂਝ ਉਹ ਪਹਿਲਾਂ ਪਾ ਲੈਂਦੇ। ਇਹੋ ਜਿਹੇ ਵੀ ਸੰਸਾਰ ਤੇ ਆਉਂਦੇ ਆ। ਮਹਾਰਾਜ ਕਹਿੰਦੇ ਨਾ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਈ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ। ਚਲੋ ਇਹ ਤੇ ਸੰਸਾਰ ਵਾਲੇ ਪਾਸੇ ਨੂੰ ਮਨੁੱਖ ਨੂੰ ਸਿੱਧੇ ਸਿੱਧੇ ਸਮਝ ਆਉਂਦੀ ਹੈ। 2 ਸਾਲ ਦਾ ਹੋਇਆ ਥੋੜ੍ਹੀ ਜਿਹੀ ਸਮਝ ਆਈ, 4 ਸਾਲ ਦੇ ਨੂੰ ਥੋੜ੍ਹੀ ਜਿਹੀ ਜ਼ਿਆਦਾ, 6 ਸਾਲ ਦੇ 8-10 ਫਿਰ ਉਹ ਇਸ ਸਿੱਧੇ ਸਿੱਧੇ ਸੰਸਾਰ ਨਾਲ ਜੁੜਦਾ ਜਾਂਦਾ ਹੈ। ਰਿਸ਼ਤੇਦਾਰੀਆਂ ਬਣਦੀਆਂ ਜਾਂਦੀਆਂ, ਉਹਨਾਂ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਫਿਰ ਅੱਗੇ ਜਾ ਕੇ ਤੇ ਬਹੁਤ ਵਿਸ਼ਾਲ ਦਾਇਰਾ ਬਣ ਜਾਂਦਾ ਉਹਦਾ। ਪਰ ਕਈ ਸੰਸਾਰ ਤੇ ਆਉਂਦੇ ਉਹਨਾਂ ਨੂੰ ਰੱਬੀ ਜਾਗ ਲੱਗੀ ਹੁੰਦੀ ਹੈ। ਉਹ ਸੰਸਾਰ ਤੇ ਆਉਂਦੇ ਹੀ ਉਹ ਸੰਸਾਰ ਨਾਲ ਸੰਬੰਧ ਬਾਅਦ 'ਚ ਕਾਇਮ ਕਰਦੇ, ਨਿਰੰਕਾਰ ਨਾਲ ਸੰਬੰਧ ਉਹਨਾਂ ਦਾ ਟੁੱਟਦਾ ਹੀ ਨਹੀਂ ਹੈ। ਸਾਡਾ ਜਦੋਂ ਗਰਭ 'ਚ ਹੁੰਦੇ ਸੰਬੰਧ ਸਿੱਧਾ ਰੱਬ ਨਾਲ ਹੁੰਦਾ ਹੈ। ਤੇ ਜਦੋਂ ਸੰਸਾਰ ਤੇ ਜਨਮ ਲੈਂਦੇ ਆ ਫਿਰ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਬਹੁਤਿਆਂ ਤੇ ਹੀ ਮਾਇਆ ਅਮਰ ਵਰਤਾਏ ਵਾਲੀ ਅਮਰਦਰ ਤੇ ਮਾਇਆ ਨੇ ਉਹ ਮੋਹ ਲਿਆਉਂਦੇ ਆ ਸਾਰੇ। ਪਰ ਬਹੁਤੇ ਇਹੋ ਜਿਹੇ ਵੀ ਆਏ ਜਿਹੜੇ ਮਾਇਆ 'ਚ ਖਚਤ ਹੋਏ ਹੀ ਨਹੀਂ, ਉਹ ਸੰਸਾਰ ਤੇ ਰੱਬ ਰੂਪ ਆਏ। ਉਹ ਬੱਚੇ 'ਚ ਚੰਗੇ ਗੁਣ, ਜੀ ਨਿੱਕਾ ਜਿਹਾ ਬੱਚਾ ਸੇਵਾ ਕਰਦਾ, ਉਹ ਰਾਜਾ ਸੀ, ਉਹਦੀ ਔਲਾਦ ਕੋਈ ਨਹੀਂ ਹੈ। ਤੇ ਉਹ ਜਿਹੜੇ ਇਹੋ ਜਿਹੇ ਰਾਜੇ ਬਹੁਤੇ ਹੁੰਦੇ ਨਾ, ਮਹਾਰਾਜ ਕਹਿੰਦੇ ਮਾਇਆ ਧਾਰੀਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਘਚੋਲਾ। ਉਹ ਸਾਰਿਆਂ ਦੀ ਪੂਜਾ ਕਰ ਜਾਂਦੇ ਆ। ਉਹ ਹਵਨ ਵੀ ਕਰਵਾ ਲੈਂਦੇ, ਉਹ ਸਹਿਜ ਪਾਠ ਵੀ ਕਰਵਾ ਲੈਂਦੇ, ਹੋਰ ਵੀ ਕੁਝ ਕਰਵਾ ਲੈਂਦੇ। ਇੱਧਰ ਸਾਰਾ ਕੁਝ ਹੀ ਉਹ ਕਿਸੇ ਨੇ ਕਹਿ ਦਿੱਤਾ ਵੀ ਤੇਰੇ ਘਰੇ ਜੇ ਔਲਾਦ ਨਹੀਂ ਹੈ ਤੇ ਤੈਨੂੰ ਕਿਸੇ ਦੇ ਬੱਚੇ ਦੀ ਬਲੀ ਦੇਣੀ ਪਏਗੀ। ਐਸਾ ਨਹੀਂ ਹੈ, ਉਹ ਧਾਰਮਿਕ ਨਹੀਂ ਹੋ ਸਕਦਾ, ਉਹ ਰੱਬ ਨਾਲ ਜੁੜਿਆ ਨਹੀਂ ਹੋ ਸਕਦਾ ਜਿਹੜਾ ਇਹੋ ਜਿਹਾ ਕਿਸੇ ਨੂੰ ਗਿਆਨ ਵੰਡਦਾ ਫਿਰਦਾ ਵੀ ਕਿਸੇ ਦਾ ਨੁਕਸਾਨ ਕਰੋ ਤੇ ਤੁਹਾਡਾ ਭਲਾ ਹੋਏਗਾ। ਸਾਡੇ ਗੁਰੂ ਸਾਹਿਬ ਕੋਲ ਆਓ, ਮਹਾਰਾਜ ਮੇਰਾ ਭਲਾ ਹੋਏਗਾ ਕਿ ਨਹੀਂ ਹੋਏਗਾ। ਮਹਾਰਾਜ ਕਹਿੰਦੇ ਤੇਰਾ ਹੋਏ ਚਾਹੇ ਨਾ ਹੋਏ, ਦੂਸਰੇ ਦਾ ਬੁਰਾ ਤੂੰ ਕਦੇ ਵੀ ਨਹੀਂ ਕਰਨਾ। ਬੁਰਾ ਕਰਨਾ ਤੇ ਦੂਰ ਦੀ ਗੱਲ ਹੈ ਵੀ ਤੂੰ ਕਿਸੇ ਦਾ ਕਰਕੇ ਆ ਗਿਆ ਜਾਂ ਕਰਨਾ ਚਾਹਣਾ ਹੈ। ਮਹਾਰਾਜ ਕਹਿੰਦੇ ਚਿੱਤ 'ਚ ਵੀ ਨਹੀਂ ਸੋਚਣਾ ਵੀ ਕਿਸੇ ਦਾ ਮੈਂ ਬੁਰਾ ਕਰਨਾ। ਜੇ ਕਿਸੇ ਦਾ ਭਲਾ ਕਰੇਗਾ ਤੇਰਾ ਭਲਾ ਹੋਣਾ, ਜੇ ਕਿਸੇ ਦਾ ਨਹੀਂ ਤੂੰ ਭਲਾ ਕਰ ਸਕਦਾ ਤੇਰਾ ਕਦੇ ਵੀ ਭਲਾ ਨਹੀਂ ਹੋਏਗਾ। ਪਰ ਕਾ ਬੁਰਾ ਨਾ ਰਾਖੋ ਚੀਤ, ਚਿੱਤ 'ਚ ਵੀ ਨਹੀਂ ਰੱਖਣਾ। ਤੁਮ ਕੋ ਦੁੱਖ ਨਹੀਂ ਭਾਈ ਨਹੀਂ ਤੂੰ ਫਿਰ ਸੁਖ ਭੋਗੇਗਾ। ਜੇ ਪਰਾਏ ਦਾ ਬੁਰਾ ਕਰਨਾ ਤਿਆਗੇਗਾ
ਕਿਸੇ ਦਾ ਪੁੱਤ ਮਾਰ ਕੇ ਅਸੀਂ ਆਪਣੇ ਬੱਚਿਆਂ ਤੋਂ ਕਿੱਥੋਂ ਖੁਸ਼ੀ ਲੈ ਲਾਂਗੇ ਜੀ? ਕਿਸੇ ਦਾ ਨੁਕਸਾਨ ਕਰਕੇ ਅਸੀਂ ਆਪਣੇ ਬੱਚਿਆਂ ਤੋਂ ਉਹ ਖੁਸ਼ੀ ਨਾ ਭਾਲੀਏ ਵੀ ਉਹ ਸਾਡੀ ਸੇਵਾ ਕਰਨਗੇ। ਜੈਸਾ ਬੀਜੇ ਸੋ ਲੁਣੇ, ਕਰਮਾ ਸਦੜਾ ਖੇਤ ਹੈ। ਕਈਆਂ ਨੇ ਗੁਨਾਹ ਪਾਪ ਕੀਤੇ, ਫਿਰ ਉਹਨਾਂ ਨੂੰ ਪਛਤਾਵਾ ਵੀ ਕਰਨਾ ਪਿਆ। ਫਿਰ ਪਛਤਾਵਾ ਕੁਝ ਨਹੀਂ ਹੁੰਦਾ। ਫਲ ਤੇ ਬੀਜ ਬੀਜਿਆ ਸੀ, ਦਰਖਤ ਤਿਆਰ ਹੋ ਗਿਆ, ਫਲ ਤੇ ਉਹਨੂੰ ਹੁਣ ਲੱਗਣਾ ਹੀ ਲੱਗਣਾ ਹੈ। ਐਡੀ ਜਲਦੀ ਉਹ ਦਰਖਤ ਵੀ ਨਹੀਂ ਫਿਰ ਪੁੱਟਿਆ ਜਾਂਦਾ। ਜਿਹੜਾ ਬੀਜ ਬੀਜਿਆ ਸੀ ਨਾ, ਉਹ ਬੀਜ ਨੇ ਫਲ ਲੱਗਣਾ ਹੀ ਲੱਗਣਾ, ਚੰਗਾ ਜਾਂ ਮਾੜਾ। ਉਹ ਬੀਜ ਜਿਹੜਾ ਬੀਜਿਆ ਸੀ, ਐਡੀ ਜਲਦੀ ਦਰਖਤ ਨਹੀਂ ਉਹ ਪੁੱਟਿਆ ਜਾਂਦਾ, ਜਿਹੜਾ ਬੁਰੇ ਕਰਮ ਵਾਲਾ ਦਰਖਤ ਬੀਜਿਆ ਹੁੰਦਾ ਹੈ। ਉਹ ਰਾਜੇ ਨੇ ਢੰਡੋਰਾ ਪਟਵਾ ਦਿੱਤਾ। ਕਿਸੇ ਨੇ ਕਿਹਾ ਵੀ ਕਿਸੇ ਦੇ ਪੁੱਤਰ ਦੀ ਬਲੀ ਦੇ ਤੇ ਤੇਰੇ ਘਰੇ ਰਾਜ ਸਾਂਭਣ ਲਾ ਸਕਦਾ ਹੈ। ਉਹਨੇ ਢੰਡੋਰਾ ਪਟਵਾਤਾ। ਉਹ ਵੀ ਕਹਿ ਦਿੱਤਾ ਵੀ ਮਰਜ਼ੀ ਦੇ ਨਾਲ ਉਹ ਆਪਣੀ ਬਲੀ ਦੇਵੇ, ਮਰਜ਼ੀ ਨਾਲ ਹੀ ਮਾਂ ਪਿਓ ਨੂੰ ਦੇਵੇ, ਤਾਂ ਇਹ ਤੇਰਾ ਸਾਰਾ। ਉਹਨੇ ਢੰਡੋਰਾ ਪਟਵਾਇਆ ਵੀ ਕੋਈ ਆਪਣਾ ਪੁੱਤਰ ਦੇ ਦਿਓ ਤੇ ਜਿੰਨੀ ਵੀ ਜਾਇਦਾਦ, ਜੋ ਵੀ ਧਨ, ਜਿੰਨੀ ਪ੍ਰਾਪਤੀ, ਜੋ ਵੀ ਚਾਹੀਦਾ ਮੈਂ ਦੇ ਦਿਆਂਗਾ। ਹੁਣ ਖਬਰ ਇਹਨਾਂ ਦੇ ਘਰੇ ਪਹੁੰਚ ਗਈ। ਉਹ ਜਿਹੜਾ ਬੱਚਾ ਸਾਧੂਆਂ ਦੀ ਟੋਲੀ 'ਚ ਬੈਠਦਾ ਹੈ, ਗਰੀਬੀ ਸੀ, 5-6 ਬੱਚੇ ਨੇ ਉਹਨਾਂ ਦੇ। ਉਹਨਾਂ ਸਲਾਹ ਕੀਤੀ ਵੀ ਇੱਕ ਨੂੰ ਦੇ ਦਈਏ ਤੇ ਦੂਸਰੇ ਸੁਖੀ ਹੋ ਸਕਦੇ ਆ। ਮਾਂ ਪਿਓ ਵੀ ਗੁਰਮੁਖੋ ਕਈ ਵਾਰੀ ਧੋਖਾ ਕਰ ਜਾਂਦੇ ਆ। ਸਤਿਗੁਰਾਂ ਨੇ ਬਹੁਤ ਜਗ੍ਹਾ ਤੇ ਸਾਨੂੰ ਇਹ ਗੱਲ ਕਹੀ ਹੈ, ਇਹ ਆਪਣੀ ਲੋੜ ਕਰਕੇ ਤੇਰੇ ਨਾਲ ਮੋਹ ਕਰਦੇ, ਪਿਆਰ ਕਰਦੇ ਆ। ਵੈਸੇ ਤੇ ਮਾਂ ਪਿਓ ਦਾ ਰਿਸ਼ਤਾ ਬਹੁਤ ਉੱਚਾ ਤੇ ਸੁੱਚਾ ਹੈ, ਬਹੁਤ ਪਿਆਰਾ ਹੈ, ਪਰ ਤੁਹਾਨੂੰ ਬਹੁਤੇ ਮਿਲ ਜਾਣਗੇ ਆਪਣੇ ਢਿੱਡੋਂ ਜੰਮੇ ਬੱਚਿਆਂ ਦੀਆਂ ਗਰਦਨਾਂ ਤੇ ਵੀ ਛੁਰੀਆਂ ਚਲਾ ਦਿੰਦੇ ਆ। ਉਹਦੇ ਘੱਟ ਪਰਸੈਂਟ ਨੇ ਉਹ, ਪਰ ਤੁਹਾਨੂੰ ਮਿਲਣਗੇ ਜ਼ਰੂਰ ਸੰਸਾਰ ਦੇ ਅੰਦਰ। ਉਹ ਆਪਣੇ ਬੱਚਿਆਂ ਦੀ ਵੀ ਪਰਵਾਹ ਨਹੀਂ ਕਰਦੇ। ਉਹ ਪਤੀ ਪਤਨੀ ਨੇ ਸਲਾਹ ਕੀਤੀ ਵੀ ਉਹ ਨਕੰਮਾ ਜਿਹਾ ਤੇ ਹੈ, ਸਾਧੂਆਂ ਕੋਲ ਬੈਠਦਾ ਹੈ, ਉਹਨੂੰ ਦੇ ਦਈਏ ਤੇ ਦੂਸਰੇ ਤੇ ਸੁਖੀ ਹੋ ਸਕਦੇ ਆ। ਧਨ ਦਾ ਲੋਭ, ਜਦੋਂ ਲੋਭ ਆ ਜਾਂਦਾ ਮਨੁੱਖ ਅੰਦਰ, ਤਾਂ ਉਹ ਲੋਭ ਅੱਖਾਂ ਦੀ ਪੱਟੀ ਬੰਨ੍ਹ ਦਿੰਦਾ। ਫਿਰ ਉਹਨੂੰ ਨਹੀਂ ਸੋਚਦਾ ਮੈਂ ਕੀ ਕਰਦਾ ਹੈ, ਆਪਣਿਆਂ ਨੂੰ ਮਾਰ ਦਿੰਦੇ। ਬਹੁਤ ਲੋਕ ਜ਼ਮੀਨ ਦੇ ਲਾਲਚ ਕਰਕੇ, ਬਹੁਤ ਲੋਕ ਧਨ ਦੇ ਲਾਲਚ ਕਰਕੇ ਤੁਹਾਨੂੰ ਸੰਸਾਰ ਸਮਾਜ ਚੋਂ ਮਿਲੇਗਾ। ਅਖਬਾਰ ਕਿਤੇ ਪੜ੍ਹਿਓ, ਤੁਹਾਨੂੰ ਇਹੋ ਜਿਹੀਆਂ ਬਹੁਤ ਖਬਰਾਂ ਮਿਲਣਗੀਆਂ। ਫਲਾਣੇ ਨੇ ਨਿੱਕੀ ਜਿਹੀ ਬੱਚੀ ਦਾ ਮੂੰਹ 'ਚ ਰੇਤਾ ਪਾ ਕੇ ਇੱਕ ਦਿਨ, ਥੋੜ੍ਹੇ ਦਿਨਾਂ ਦੀ ਗੱਲ ਹੈ, ਕਤਲ ਹੋਇਆ। ਆਪ ਜੀ ਸਾਰੇ ਜਾਣਦੇ ਹੋ, ਗਿਆਨੀ ਪਿੰਦਰਪਾਲ ਸਿੰਘ ਜੀ ਇੱਕ ਦਿਨ ਕਥਾ ਕਰੀ ਜਾਂਦੇ, ਮੈਂ ਲਾਈਵ ਵੇਖਿਆ ਸੀ। ਉਸ ਬੱਚੀ ਦੇ ਭੋਗ ਦੇ ਉੱਪਰ ਨਿੱਕੀ ਜਿਹੀ ਬੱਚੀ, ਉਹ ਬਿਲਕੁਲ ਰਹਿਮ ਨਹੀਂ ਹੈ। ਇਹੋ ਜਿਹੇ ਤੁਹਾਨੂੰ ਸੰਸਾਰ 'ਚ ਮਿਲ ਜਾਣ। ਉਹ ਕਹਿੰਦੇ ਜੀ ਠੀਕ ਹੈ, ਤੇ ਉਹ ਤਿਆਰ ਹੋ ਗਏ ਜੀ ਆਪਣੇ ਉਸ ਬੱਚੇ ਨੂੰ ਦੇ ਦਈਏ। ਉਹ ਬੱਚਾ ਆਇਆ ਘਰੇ, ਚੌਂਤਰੇ 'ਚ ਬੈਠਾ, ਪ੍ਰਸ਼ਾਦਾ ਛਕਣ ਲੱਗਾ, ਤੇ ਮਾਂ ਕਹਿੰਦੀ ਵੀ ਸਾਰਾ ਦਿਨ ਬਾਹਰ ਰਹਿਣਾ ਹੈ, ਦੂਸਰੇ ਆਪਣੇ ਕੰਮ ਧੰਦੇ ਤੇ, ਅਸੀਂ ਤੈਨੂੰ ਵੇਚ ਦੇਣਾ ਹੈ। ਉਹ ਹੱਸ ਪਿਆ ਨਿੱਕਾ ਜਿਹਾ ਬੱਚਾ, ਕਹਿੰਦਾ ਹੱਸ ਕੇ ਕਹਿੰਦਾ ਮਾਂ ਕਿੱਥੇ ਵੇਚਣਾ ਮੈਨੂੰ? ਕਹਿੰਦੀ ਉਹ ਰਾਜੇ ਦੇ ਢੰਡੋਰਾ ਸੀ, ਪੈਸੇ ਲੈ ਲੈਣੇ ਨੇ ਤੇ ਤੈਨੂੰ ਅਸੀਂ ਤੇਰੀ ਬਲੀ ਤੈਨੂੰ ਵੇਚ ਦੇਣਾ। ਤੇ ਉਹ ਬੱਚਾ ਹੱਸ ਕੇ ਕਹਿੰਦਾ ਮਾਂ ਤੂੰ ਜਨਮ ਦਿੱਤਾ, ਤੇਰਾ ਅਧਿਕਾਰ ਹੈ ਮੇਰੇ ਤੇ, ਜਿੱਥੇ ਕਹੇਗੀ ਮੈਂ ਵਿਕਣ ਲਈ ਤਿਆਰ ਹੈ। ਉਹ ਬੱਚੇ ਨੇ ਸਾਧੂਆਂ ਸੰਗਤ ਚੋਂ ਵੀ ਇਹਨਾਂ ਦੇ ਕਰਨ ਨਾਲ ਕੁਝ ਨਹੀਂ ਹੋਣਾ, ਰੱਬ ਜੋ ਕਰੇਗਾ, ਇਹੀ ਤੇ ਵਿਸ਼ਵਾਸ ਹੈ, ਇਹੀ ਤੇ ਪ੍ਰਤੀਤ, ਇਹੀ ਤੇ ਭਰੋਸਾ ਹੈ। ਉਹ ਬੱਚੇ ਨੂੰ ਪਤਾ ਸੀ ਵੀ ਇਹਨਾਂ ਦੇ ਕਹਿਣ ਨਾਲ ਕੀ ਹੋਣਾ ਹੈ, ਔਰ ਜੋ ਹੁੰਦਾ ਹੈ ਉਹਦੇ ਹੁਕਮ 'ਚ ਹੁੰਦਾ ਹੈ। ਉਹ ਬੱਚਾ ਖੜੇ ਸੱਚ ਜਾਣਿਓ, ਜਿਹੜਾ ਉਹਦੀ ਰਜ਼ਾ 'ਚ ਆ ਜਾਂਦਾ, ਹੁਕਮ 'ਚ, 2 ਸ਼ਬਦ ਹੁਕਮ ਦੇ ਆਪਾਂ ਵਿਚਾਰੇ ਸਨ। ਜਿਹੜਾ ਹੁਕਮ 'ਚ ਆ ਜਾਂਦੇ, ਉਹ ਮੁਸ਼ਕਿਲ ਨੂੰ ਵੀ ਖਿੜੇ ਮੱਥੇ ਪ੍ਰਵਾਨ ਕਰਦਾ। ਕਹਿੰਦੇ ਰੱਬ ਦੀ ਭੇਜੀ ਹੋਈ ਆਈ ਹੈ। ਮਹਾਰਾਜ ਨੇ ਹਰੇਕ ਸਮੇਂ, ਹਰੇਕ ਕਦਮ ਤੇ, ਹਰੇਕ ਪ੍ਰੋਬਲਮ ਦਾ ਡਟ ਕੇ ਹੱਸ ਕੇ ਮੁਕਾਬਲਾ ਕੀਤਾ ਹੈ। ਭਾਵੇਂ ਮਹਾਰਾਜ ਦੇ ਬੱਚੇ ਵੀ ਇਤਿਹਾਸ 10ਵੇਂ ਪਾਤਸ਼ਾਹ ਦਾ ਬਹੁਤ ਵਾਰੀ ਅਸੀਂ ਵਾਚਿਆ, ਉਹ ਹਰੇਕ ਸਮੇਂ ਖਿੜੇ ਮੱਥੇ ਹਰੇਕ ਚੀਜ਼ ਨੂੰ ਪ੍ਰਵਾਨ ਕਰਦਾ ਹੈ। ਹੱਸ ਕੇ ਕਹਿੰਦਾ ਮਾਂ, ਹੁਣ ਮਾਂ ਦੀ ਮੁਸ਼ਕਿਲ ਘਟ ਗਈ ਥੋੜੀ। ਜੇ ਤੇ ਬੱਚਾ ਰੋਂਦਾ ਚੀਕਦਾ, ਮਾਂ ਨੂੰ ਵੀ ਮੁਸ਼ਕਿਲ ਸੀ ਵੀ ਤੋੜ ਕੇ ਲੈ ਕੇ ਜਾਣਗੇ, ਮੇਰੇ ਨਾਲ ਮਾਂ ਨੂੰ ਵੀ ਔਖਾ ਸੀ। ਬੱਚਾ ਤਿਆਰ ਹੋ ਗਿਆ, ਉਹ ਅੰਦਰੋਂ ਕਿਤੇ ਉਹਨਾਂ ਦੀ ਖੁਸ਼ੀ ਵੀ ਸਾਨੂੰ ਭੇਜਣਾ ਨਹੀਂ ਪਿਆ, ਆਪੇ ਤੇ ਤਿਆਰ ਹੈ। ਕਹਿੰਦੇ ਜੀ ਠੀਕ ਹੈ, ਮਾਂ ਪਿਓ ਦਾ ਤੁਹਾਡਾ ਹੱਕ, ਤੁਸੀਂ ਜਨਮ ਦਿੱਤਾ ਮੈਨੂੰ, ਤੁਹਾਡਾ ਹੱਕ ਬਣਦਾ। ਉਹਨਾਂ ਪੈਸੇ ਲਏ ਜੀ, ਬੱਚੇ ਨੂੰ ਵੇਚ ਦਿੱਤਾ। ਉਹ ਰਾਜੇ ਦੇ ਕੋਲ ਬੱਚੇ ਨੂੰ ਲੈ ਕੇ ਚਲੇ ਗਏ। ਉੱਥੇ ਵੀ ਰਾਜੇ ਨੇ ਵੀ ਪੁੱਛਿਆ ਵੀ ਤੈਨੂੰ ਡਰ ਨਹੀਂ, ਤੈਨੂੰ ਪਤਾ ਹੈ ਵੀ ਕਿਸ ਵਾਸਤੇ ਤੈਨੂੰ ਖਰੀਦਿਆ? ਉਹ ਕਹਿੰਦਾ, ਬੱਚਾ ਕਹਿੰਦਾ ਹੱਸ ਕੇ ਕਹਿੰਦਾ ਜੀ ਪਤਾ ਹੈ, ਤੁਸੀਂ ਮੇਰੀ ਬਲੀ ਦੇਣੀ ਹੈ। ਕਹਿੰਦਾ ਤੈਨੂੰ ਡਰ ਨਹੀਂ ਲੱਗਦਾ? ਉਹ ਕਹਿੰਦਾ ਜੀ ਡਰ ਕਿਸ ਗੱਲ ਦਾ, ਜੋ ਕੁਝ ਹੋ ਰਿਹਾ ਉਹ ਤੇ ਉਹਦੇ ਹੁਕਮ 'ਚ ਹੀ ਹੋ ਰਿਹਾ। ਡਰਾਂ ਤੇ ਤਾਂ ਨਾ ਜੇ ਉਹਦੇ ਹੁਕਮ ਤੋਂ ਕੁਝ ਬਾਹਰ ਹੋਣਾ ਹੋਵੇ ਤਾਂ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਚਿੰਤਾ ਤੇ ਤਾਂ ਕਰਾਂ ਨਾ ਜੇ ਅਣਹੋਣੀ ਗੱਲ ਹੋਣੀ ਹੋਏ।
ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਰਾਜਾ ਕਹਿੰਦਾ ਤੈਨੂੰ ਮਾਰ ਦੇਣਾ, ਤੇਰੀ ਬਲੀ ਦੇਣੀ। ਉਹ ਕਹਿੰਦੇ ਵੀ ਜੰਮਿਆ ਵੀ ਉਹਦੇ ਹੁਕਮ 'ਚ ਸਾਂ, ਮੌਤ ਵੀ ਉਹਦੇ ਹੁਕਮ 'ਚ ਹੋਏਗੀ, ਕੋਈ ਗੱਲ ਨਹੀਂ, ਮੈਂ ਡਰਦਾ ਨਹੀਂ ਹਾਂ ਮੌਤ ਤੋਂ। ਉਹ ਸਾਧੂਆਂ ਦੀ ਸੰਗਤ 'ਚੋਂ ਇਹੀ ਤੇ ਗੱਲ ਸਿੱਖੀ ਸੀ, ਆਹੀ ਤੇ ਗੁਰਦੁਆਰੇ ਅਸੀਂ ਸਿੱਖਣ ਆਉਂਦੇ ਆ। ਕਹਿੰਦਾ ਜੀ ਠੀਕ ਹੈ, ਫਿਰ ਦਿਨ ਮੁਕਰਰ ਕਰ ਦਿੱਤਾ ਵੀ ਫਲਾਣੀ ਤਰੀਕ ਨੂੰ ਇਸ ਬੱਚੇ ਦੀ ਬਲੀ ਦਿੱਤੀ ਜਾਣੀ ਹੈ। ਕਹਿੰਦਾ ਉਹ ਬੱਚੇ ਨੇ ਖਿੜੇ ਮੱਥੇ ਕਹਿੰਦਾ ਜੀ ਠੀਕ ਹੈ, ਜੋ ਕੁਝ ਹੋਏਗਾ ਵਾਹਿਗੁਰੂ ਦੇ ਹੁਕਮ 'ਚ ਹੋਏਗਾ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗੁਰਮੁਖ ਹੁਕਮ ਮੰਨੇ ਸ਼ੈ ਕੇਰਾ, ਇਸ ਸ਼ਬਦ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਆਹੀ ਤੇ ਸ਼ੈ ਕੇਰਾ ਹੁਕਮ ਮੰਨਣਾ ਹੈ, ਹੁਕਮੇ ਹੀ ਸੁਖ ਪਾਏ, ਹੁਕਮ 'ਚ ਹੀ ਸੁਖ ਮਿਲਦਾ। ਉਹ ਬੱਚਾ ਰੱਬ ਦੇ ਹੁਕਮ 'ਚ ਉਹਦੀ ਰਜ਼ਾ 'ਚ ਰਾਜੀ ਹੈ, ਉਹਦੇ ਭਾਣੇ 'ਚ ਰਹਿਣ ਵਾਲਾ। ਕਹਿੰਦਾ ਜੀ ਠੀਕ ਹੈ, ਦਿਨ ਮੁਕਰਰ ਹੋ ਗਿਆ ਵੀ ਇੰਨੇ ਵਜੇ ਬੱਚੇ ਦੀ ਬਲੀ ਦਿੱਤੀ ਜਾਣੀ ਹੈ। ਉਹ ਰਾਜਾ ਪਹਿਲਾਂ ਤੋਂ ਥੱਲੇ ਆਇਆ ਤੇ ਬੱਚੇ ਨੂੰ ਆ ਕੇ ਪੁੱਛਦਾ, ਕਹਿੰਦਾ ਵੀ ਹੁਣ ਤੇਰੀ ਬਲੀ ਦਿੱਤੀ ਜਾਣੀ ਹੈ, ਵੀ ਕੋਈ ਤੇਰੀ ਇੱਛਾ ਹੈ ਤੇ ਦੱਸ। ਆਖਰੀ ਇੱਛਾ ਪੁੱਛਦੇ ਹਰੇਕ ਨੂੰ। ਉਸ ਸਮੇਂ ਨਾ ਰਾਜਿਆਂ ਨੂੰ ਸਜ਼ਾ ਦੇਣ ਦਾ ਜਿਹੜਾ ਹੱਕ ਹੁੰਦਾ ਸੀ ਪੂਰਾ। ਹੁਣ ਤੇ ਸਰਕਾਰਾਂ ਬਣ ਕੇ ਉਦੋਂ ਰਾਜੇ ਕੋਈ ਕ੍ਰਾਈਮ ਕਰਦਾ ਸੀ ਨਾ, ਕੋਈ ਗਲਤ ਕੰਮ ਕਰਦਾ ਸੀ, ਰਾਜਾ ਕੋਲ ਅਥਾਰਟੀ ਹੁੰਦੀ ਸੀ ਵੀ ਉਹਨੂੰ ਆਪਣੇ ਤਰੀਕੇ ਨਾਲ ਸਜ਼ਾ ਦੇ ਸਕਦੇ ਸਨ। ਕਈ ਮਹਿਲਾਂ 'ਚ ਆ ਸਾਡੇ ਉੱਤੇ ਸੋਢੀਆਂ ਦੇ ਬਣੇ ਨੇ ਕਿਲੇ, ਤੇ ਉਹਨਾਂ 'ਚ ਖੂਹ ਅਜੇ ਵੀ, ਜਿਹਦੇ 'ਚ ਕਹਿੰਦੇ ਸੀ ਬੰਦਿਆਂ ਨੂੰ ਲਟਕਾਇਆ ਜਾਂਦਾ ਸੀ, ਸਜ਼ਾ ਦਿੱਤੀ ਜਾਂਦੀ ਸੀ। ਜਿਹੋ ਜਿਹਾ ਕ੍ਰਾਈਮ ਉਹੋ ਜਿਹੀ ਸਜ਼ਾ ਰਾਜੇ ਦਿੰਦੇ ਸਨ। ਉਹ ਕਹਿੰਦਾ ਸੀ ਮੈਂ ਆਖਰੀ ਇੱਛਾ ਪੁੱਛਦਾ। ਰਾਜਾ ਕਹਿੰਦਾ, ਉਹ ਬੱਚਾ ਹੱਸ ਪਿਆ, ਕਹਿੰਦਾ ਤੂੰ ਆਖਰੀ ਇੱਛਾ ਤੂੰ ਮੇਰੀ ਤੋਂ ਕੀ ਲੈਣਾ, ਤੂੰ ਆਪਣਾ ਕੰਮ ਕਰ, ਵੀ ਤੈਨੂੰ ਜੋ ਕੁਝ ਚਾਹੀਦਾ ਮੈਨੂੰ ਮਾਰ ਤੇ ਉਹਨੂੰ ਮਿਲੇ, ਜੇ ਤੇਰੀ ਇੱਛਾ ਹੈ ਵੀ ਇਸ ਤਰ੍ਹਾਂ ਮਿਲੇਗਾ। ਕਹਿੰਦਾ ਨਹੀਂ ਨਹੀਂ, ਤੈਨੂੰ ਦੱਸਣੀ ਪਏਗੀ ਆਖਰੀ ਇੱਛਾ ਤੇਰੀ ਪੂਰੀ ਕਰਕੇ ਫਿਰ ਹੀ ਤੇਰੀ ਬਲੀ। ਕਹਿੰਦਾ ਜੀ ਹੋਰ ਇੱਛਾ ਤੇ ਹੁਣ ਵਾਹਿਗੁਰੂ ਦੇ ਹੁਕਮ 'ਚ ਲੱਗਦਾ ਜੀਵਨ ਤੇ ਸੁਭਾਵਤੀ ਹੈ ਵੀ ਤੁਸੀਂ ਬਲੀ ਦੇ ਦੇਣੀ, ਤੇ ਇੱਛਾ ਤੇ ਕੋਈ ਨਹੀਂ ਹੈ। ਚਲੋ ਜੇ ਇੱਛਾ ਪੁੱਛਦੇ ਹੋ, ਫਿਰ ਬਲੀ ਦੇਣ ਤੋਂ ਪਹਿਲਾਂ ਇੱਕ ਵਾਰੀ ਇਸ਼ਨਾਨ ਕਰਨ ਦੀ ਇੱਛਾ ਹੈ ਵੀ ਇਸ਼ਨਾਨ ਕਰ ਲਈਏ। ਨਾਲ ਹੀ ਉਹਦੇ ਨਾਲ ਮਹਿਲ ਦੇ ਇੱਕ ਨਦੀ ਲੰਘਦੀ ਸੀ, ਰਾਜੇ ਦੇ ਮਹਿਲ ਦੇ। ਉਹ ਰਾਜਾ ਕਹਿੰਦਾ ਜੀ ਠੀਕ, ਆਪਣੇ ਸਿਪਾਹੀਆਂ ਨੂੰ ਕਹਿੰਦਾ ਵੀ ਇਹਦਾ ਇਸ਼ਨਾਨ ਕਰਵਾ ਲਿਓ। ਉਹ ਬੱਚੇ ਨੂੰ ਲੈ ਕੇ ਚਲੇ ਜਾਂਦੇ ਨੇ ਨਦੀ ਤੇ। ਇਹ ਆਪ ਰਾਜਾ ਉੱਪਰ ਛੱਤ ਤੇ ਚੜ੍ਹ ਜਾਂਦਾ ਇਹਦੇ ਮਹਿਲ ਦੀ। ਉਹ ਬੱਚਾ ਬੜੇ ਹੱਸ ਕੇ ਨਾ ਤਾਰੀਆਂ ਲਾ ਕੇ ਇਸ਼ਨਾਨ ਕਰਦਾ ਨਦੀ ਦੇ ਅੰਦਰ, ਬਿਲਕੁਲ ਕੋਈ ਡਰ ਨਹੀਂ, ਕੋਈ ਰੱਬ ਦੀ ਰਜ਼ਾ 'ਚ ਰਾਜੀ ਹੈ। ਜਦੋਂ ਉਹ ਰਾਜਾ ਸਾਰਾ ਕੁਝ ਵੇਖਦੇ, ਬੱਚਾ ਬਾਹਰ ਨਿਕਲਿਆ ਇਸ਼ਨਾਨ ਕਰਕੇ, ਉਹ ਬਰੇਤੀ ਰੇਤਾ ਪਈ ਸੀ, ਬੱਚੇ ਨੇ 4 ਢੇਰੀਆਂ ਪਾਈਆਂ ਬਾਹਰ ਨਿਕਲ ਕੇ। ਚਿਹਰੇ ਤੇ ਕੋਈ ਡਰ ਨਹੀਂ ਹੈ, ਕੋਈ ਪਛਤਾਵਾ ਨਹੀਂ ਹੈ, ਕੋਈ ਨਹੀਂ ਹੈ ਵੀ ਹੁਣ ਮੌਤ ਹੋ ਜਾਣੀ ਹੈ। ਹੱਸ ਕੇ 4 ਢੇਰੀਆਂ, ਉਹ ਲਿਖਣ ਵਾਲੇ ਭਗਤ ਮਾਲਾ 'ਚ ਲਿਖਿਆ ਗੁਰਮੁਖ ਪਿਆਰੇ ਨੇ, ਕਹਿੰਦੇ ਇੱਕ ਢੇਰੀ ਨੂੰ ਉਹ ਬੱਚੇ ਨੇ ਲੱਤ ਮਾਰੀ, ਬਰੇਤੀ ਦੀ ਢੇਰੀ ਨੂੰ ਉਹਦਾ ਗੇੜਾ ਕੱਢਿਆ, ਲੱਤ ਮਾਰੀ। ਦੂਸਰੀ ਨੂੰ ਵੀ ਇਸੇ ਤਰ੍ਹਾਂ ਹੀ, ਤੀਸਰੀ ਨੂੰ ਵੀ, ਚੌਥੀ ਢੇਰੀ ਨੂੰ 3 ਪਰਿਕਰਮਾ ਕਰਕੇ ਨਮਸਕਾਰ ਕਰਕੇ ਉਹ ਬੱਚਾ ਪਹਿਲਾਂ ਵਾਲੇ ਪਾਸੇ ਨੂੰ ਸਿਪਾਹੀਆਂ ਨਾਲ ਆ ਗਿਆ। ਹੁਣ ਬਲੀ ਦੇਣ ਦਾ ਸਮਾਂ ਆ ਗਿਆ। ਉਹ ਰਾਜਾ ਪੁੱਛਦਾ, ਕਹਿੰਦਾ ਵੀ ਕਾਕਾ ਤੂੰ ਢੇਰੀਆਂ ਬਣਾਈਆਂ, 3 ਨੂੰ ਲੱਤ ਮਾਰਿਆ, 1 ਨੂੰ ਮੱਥਾ ਟੇਕ ਆਇਆ, ਕੀ ਗੱਲ? ਉਹ ਫਿਰ ਬੱਚਾ ਕਹਿੰਦਾ ਵੀ ਤੂੰ ਆਪਣਾ ਕੰਮ ਕਰ, ਵੀ ਉਹ ਤੇਰੀ ਸਮਝ 'ਚ ਗੱਲ ਨਹੀਂ ਆਉਣੀ ਵੀ ਤੂੰ ਇਹਦੇ ਤੋਂ। ਕਹਿੰਦਾ ਨਹੀਂ, ਮੈਂ ਤੇਰੇ ਤੋਂ ਪੁੱਛਣਾ ਹੈ ਵੀ ਤੂੰ ਮੈਨੂੰ ਦੱਸ ਵੀ ਉਹ ਢੇਰੀਆਂ ਬਣਾਈਆਂ। ਕਹਿੰਦਾ ਵੀ ਫਿਰ ਮੈਂ ਤੈਨੂੰ ਦੱਸ ਦੇਣਾ, ਇੱਕ ਤੇ ਢੇਰੀ ਸੀ ਮੇਰੇ ਮਾਂ ਪਿਓ ਦੇ ਨਾਂ ਦੀ, ਉਹਨਾਂ ਨੇ ਮੈਨੂੰ ਜਨਮ ਦਿੱਤਾ, ਉਹਨਾਂ ਨੇ ਮੈਨੂੰ ਵੇਚ ਦਿੱਤਾ। ਮੈਂ ਸਾਧੂਆਂ ਦੀ ਸੰਗਤ 'ਚੋਂ ਇਹੀ ਸਿੱਖਿਆ ਸੀ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸੋ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੇ ਕਹਿਤ ਹੈ ਹੇਤ ਸਿਓ ਬਾਂਧਿਓ ਚੀਤ। ਆਪ ਮੈਂ ਸਾਧੂਆਂ ਦੀ ਸੰਗਤ 'ਚੋਂ ਸਿੱਖਿਆ ਸੀ, ਕਾਂ ਕੀ ਮਾਤ ਪਿਤਾ ਸੁਤ ਬਣਤਾ ਕੋ ਕਾਹੂ ਕੋ ਭਾਈ। ਮੈਂ ਸੰਗਤ 'ਚੋਂ ਸਿੱਖਿਆ ਸੀ, ਅੰਤ ਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ। ਮਾਂ ਪਿਓ ਨੂੰ, ਮੇਰੇ ਮਾਂ ਪਿਓ ਨੂੰ ਤੁਹਾਡੇ ਕੋਲ ਵੇਚਣਾ ਨਹੀਂ ਚਾਹੀਦਾ ਮੈਨੂੰ। ਮੈਂ ਸਾਧੂਆਂ ਦੀ ਸੰਗਤ ਸਿੱਖਿਆ ਜੀ, ਆਸਰੇ ਝੂਠੇ ਨੇ ਸਾਡੇ। ਮੈਂ ਲੱਤ ਮਾਰੀ ਆਪਣੇ ਮਾਂ ਪਿਓ ਦੇ ਆਸਰੇ ਨੂੰ, ਕਿਉਂਕਿ ਉਹਨਾਂ ਨੇ ਵੇਚ ਦਿੱਤਾ। ਕਹਿੰਦਾ ਦੂਸਰੀ ਢੇਰੀ ਬਣਾਈ ਤੇਰੇ ਨਾਮ ਦੀ, ਤੂੰ ਰਾਜਾ ਇੱਥੋਂ ਦਾ, ਜੇ ਮੇਰੇ ਮਾਂ ਪਿਓ ਮੇਰੇ ਨਾਲ ਗਲਤ ਕਰਨ ਲੱਗਦੇ ਸਨ, ਤੈਨੂੰ ਨਿਆਂ ਕਰਨਾ ਚਾਹੀਦਾ ਸੀ। ਰਾਜਾ ਹੀ ਉਹ ਹੈ ਜਿਹੜਾ ਨਿਆਂ ਕਰਦਾ ਹੈ, ਤੇ ਤੂੰ ਤੇ ਆਪ ਮੇਰੀ ਬਲੀ ਮੰਗਣ ਲਈ ਤਿਆਰ ਹੋ ਗਿਆ। ਕਹਿੰਦਾ ਦੂਸਰੀ ਤੇਰੀ ਢੇਰੀ, ਤੇਰੇ ਨਾਮ ਦੀ ਢੇਰੀ ਬਣਾ ਕੇ ਉਹਨੂੰ ਵੀ ਲੱਤ ਮਾਰੀ। ਇੱਥੋਂ ਦੇ ਰਾਜੇ ਵੀ ਲਾਲਚੀ ਹੈ, ਮਾਂ ਪਿਓ ਦਾ ਆਸਰਾ ਵੀ ਖਤਮ, ਉਹਨਾਂ ਵੇਚ ਦਿੱਤਾ। ਤੂੰ ਮੈਨੂੰ ਖਰੀਦ ਲਿਆ, ਤੈਨੂੰ ਚਾਹੀਦਾ ਸੀ ਮੇਰੇ ਮਾਂ ਪਿਓ ਨੂੰ ਸਮਝਾਉਣੋ ਜਾ ਕੇ
ਤੇ ਤੂੰ ਤੇ ਮੈਨੂੰ ਆਪ ਖਰੀਦਿਆ, ਤੇਰੀ ਢੇਰੀ। ਕਹਿੰਦਾ ਤੀਸਰੀ ਉਹਨਾਂ ਦੀ ਢੇਰੀ ਬਣਾ ਕੇ ਲੱਤ ਮਾਰੀ ਜਿਨ੍ਹਾਂ ਨੇ ਤੈਨੂੰ ਬਲੀ ਦੇਣ ਵਾਸਤੇ ਪ੍ਰੇਰਿਆ। ਜੋ ਧਾਰਮਿਕ ਨੇ ਨਾ, ਉਹਨਾਂ ਨੂੰ ਧਰਮ ਦ੍ਰਿੜ ਕਰਵਾਉਣਾ ਚਾਹੀਦਾ ਹੈ। ਉਹ ਲੋਕਾਂ ਨੂੰ ਇਹ ਨਾ ਕਹਿਣ ਵੀ ਕਿਸੇ ਦਾ ਪੁੱਤ ਮਾਰ ਕੇ ਤੁਹਾਨੂੰ ਪੁੱਤ ਮਿਲੇਗਾ। ਉਹਨਾਂ ਦਾ ਵੀ ਆਸਰਾ ਗਿਆ ਵੀ। ਤੇ ਕਹਿੰਦਾ ਚੌਥੀ ਢੇਰੀ ਜਿਹੜੀ ਮੈਂ ਰੱਬ ਦੇ ਨਾਮ ਦੀ ਬਣਾਈ, ਕਹਿਣ ਲੱਗਾ ਹੁਣ ਵੀ ਉਹਦੀ ਬੁਕਲ 'ਚ ਹੈ, ਤੇ ਜੇ ਉਹ ਮੈਨੂੰ ਮਾਰਨਾ ਚਾਹੁੰਦੇ ਫਿਰ ਵੀ ਉਹਦਾ ਹੀ ਸਾਥ ਮੇਰੇ ਨਾਲ ਤੋੜ ਨਿਭਣ ਵਾਲਾ ਹੈ। ਇਸ ਕਰਕੇ ਚੌਥੀ ਢੇਰੀ ਨਾਲ ਨਿਭਦੀ ਹੈ। ਰੱਬ ਦਾ ਆਸਰਾ ਹੀ ਹੈ ਸਾਰੇ ਜੀਵਾਂ ਨੂੰ। ਜਦੋਂ ਸਾਰੇ ਛੱਡ ਜਾਂਦੇ ਹੈ, ਉਹ ਪ੍ਰਮਾਤਮਾ ਹੀ ਫਿਰ ਬਖਸ਼ਿਸ਼ ਕਰਦਾ ਹੈ। ਉਹਦਾ ਹੀ ਆਸਰਾ ਫਿਰ ਨਾਲ ਨਿਭਦਾ ਹੈ। ਉਹਦੇ ਤੇ ਵਿਸ਼ਵਾਸ, ਉਹਦੇ ਤੇ ਭਰੋਸਾ, ਉਹਦੇ ਤੇ ਪ੍ਰਤੀਤ ਰੱਖਣ ਵਾਲੇ ਭਵ ਸਾਗਰ ਤੋਂ ਪਾਰ ਹੁੰਦੇ ਹੈ। ਉਹ ਪੱਥਰ ਦਿਲ ਰਾਜਾ ਵੀ ਪਿਘਲਿਆ, ਕਹਿਣ ਲੱਗਾ ਇਹੋ ਜਿਹਾ ਸੰਤ ਬੱਚਾ ਮਾਰ ਕੇ ਕਿਹੜੇ ਬੱਚੇ ਦੀ ਮੈਂ ਆਸ ਰੱਖਦਾ ਹੈ। ਉਹਨੇ ਐਲਾਨ ਕਰ ਦਿੱਤਾ ਇਸ ਬੱਚੇ ਦੀ ਬਲੀ ਨਹੀਂ ਲਈ ਜਾਏਗੀ, ਇਸ ਬੱਚੇ ਨੂੰ ਅੱਜ ਤੋਂ ਬਾਅਦ ਮੈਂ ਆਪਣੀ ਗੋਦ ਲੈਣਾ। ਆਉਣ ਵਾਲੇ ਸਮੇਂ 'ਚ ਇਹ ਤੁਹਾਡਾ ਰਾਜਾ ਹੋਏਗਾ। ਇਹਨੂੰ ਮੈਂ ਸਾਰੀ ਆਪਣੀ ਜਾਇਦਾਦ ਦਾ ਵਾਰਸ ਬਣਾਉਣਾ ਹੈ, ਇਹਨੂੰ ਮੈਂ ਆਪਣਾ ਪੁੱਤ ਬਣਾਉਣਾ ਹੈ। ਫਿਰ ਉਹ ਰਾਜੇ ਨੇ ਆਪਣਾ ਪੁੱਤ ਬਣਾਇਆ ਜੀ। ਜਦੋਂ ਰਾਜਾ ਸੰਸਾਰ ਤੋਂ ਜਾਂਦਾ ਹੁਣ ਧਰਮ ਤੇ ਇਹਦੇ ਅੰਦਰ ਐਸੀ ਲੋਕਾਂ ਨੂੰ ਬਹੁਤ ਕੁਝ ਵੰਡਦਾ। ਭਾਈ ਜਿਹਦੇ ਕੋਲ ਜ਼ਮੀਨ ਨਹੀਂ ਉਹ ਜ਼ਮੀਨ ਲੈ ਸਕਦਾ, ਅਨਾਜ ਨਹੀਂ ਉਹ ਅਨਾਜ। ਤੇ ਜਦੋਂ ਪੁੱਛਦੇ ਨੇ ਉਹ ਕਹਿੰਦੇ ਵੀ ਇਹ ਵਾਪਸ ਕਦੋਂ ਲਏਗਾ। ਰਾਜਾ ਹੀ ਹੁੰਦਾ ਜਿਹੜਾ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰੇ, ਉਹਨੂੰ ਰਾਜਾ ਨਹੀਂ ਆਖਿਆ ਜਾਂਦਾ। ਜਿਹੜਾ ਅੰਨ ਪੈਦਾ ਕਰਨ ਵਾਲੇ ਨੂੰ 1.5 ਸਾਲ ਸੜਕਾਂ ਤੇ ਧੁੱਪੇ ਤੇ ਸਿਆਲ 'ਚ ਬਿਠਾਈ ਰੱਖਦਾ, ਉਹ ਰਾਜਾ ਵੀ ਨਹੀਂ ਹੈ। ਰਾਜਾ ਤੇ ਨਿਆਂ ਕਰਨ ਵਾਲਾ ਹੁੰਦਾ। ਉਹਨੇ ਇਸ ਤਰ੍ਹਾਂ ਅਨਾਜ ਵੰਡਿਆ ਉਹ ਬੱਚੇ ਨੇ, ਕਿਉਂਕਿ ਉਹ ਬਿਰਧ ਹੋ ਗਿਆ ਪਿਤਾ, ਤੇ ਉਹ ਬੱਚੇ ਨੂੰ ਆਪਣੇ ਰਾਜ ਤੇ ਬਿਠਾ ਦਿੱਤਾ। ਕੋਈ ਪੁੱਛਦਾ ਜੀ ਵਾਪਸ ਕਦੋਂ ਲਾਓਗੇ, ਉਹ ਕਹਿੰਦਾ ਜਿੱਦਣ ਮੇਰੇ ਬਾਪ ਦੀ ਮੌਤ ਹੋਏਗੀ। ਉਹ ਰਾਜੇ ਨੂੰ ਕਹਿੰਦਾ ਜਿਹਨੇ ਉਹਨੇ ਬਿਠਾਇਆ ਸੀ। ਕਿਸੇ ਨੇ ਉਹ ਚੁਗਲਖੋਰਾਂ ਨੇ ਕਿਹਾ ਜੀ ਚੰਗਾ ਤੁਸੀਂ ਪੁੱਤ ਬਣਾ ਕੇ ਰਾਜ ਤੇ ਬਿਠਾਤਾ, ਉਹਦੇ ਤੁਹਾਡੇ ਮਰਨ ਦੀਆਂ ਗੱਲਾਂ ਕਰਦਾ ਹੈ ਵੀ ਜਿੱਦਣ ਇਹ ਮਰੇਗਾ ਉਦਣ ਇਹ ਤੁਹਾਡੇ ਤੋਂ ਮੈਂ ਅਨਾਜ ਜਿਹੜਾ ਜਾਂ ਕੁਝ ਵਾਪਸ ਲਵਾਂਗਾ। ਉਹਨੇ ਸੱਦ ਲਿਆ ਰਾਜੇ ਨੇ, ਕਹਿਣ ਲੱਗਾ ਇਹ ਕੀ ਕਹਿ ਰਿਹਾ। ਉਹ ਕਹਿਣ ਲੱਗਾ ਜੀ ਤੁਹਾਡੇ ਭਲੇ ਵਾਸਤੇ ਜੋ ਕੁਝ ਕਹਿ ਰਿਹਾ। ਜਿਹੜਾ ਕੁਝ ਅੱਜ ਮੇਰੇ ਤੋਂ ਜਾਂਦਾ ਮੈਂ ਕਹਿੰਦਾ ਵੀ ਤੁਹਾਡੀ ਜਿੱਦਣ ਮੌਤ ਹੋਏਗੀ ਉਦੋਂ ਤੁਹਾਡੇ ਤੋਂ ਵਾਪਸ ਲਿਆ ਜਾਏਗਾ। ਹਰੇਕ ਜਣਾ ਅਰਦਾਸ ਕਰਦਾ ਵੀ ਰਾਜਾ ਕਦੇ ਜਾਏ ਨਾ, ਸਾਨੂੰ ਇਹ ਵਾਪਸ ਨਾ ਦੇਣਾ ਪਵੇ। ਮੈਂ ਤੇ ਤੁਹਾਡੇ ਭਲੇ ਦੀ ਗੱਲ ਕਰਦਾ ਵੀ ਤੁਹਾਡੀ ਆਤਮਾ ਰੱਬ ਦੇ ਘਰ ਪ੍ਰਵਾਨ ਹੋ ਜੇ। ਇਹਨਾਂ ਦੀਆਂ ਸੀਸਾਂ ਤੁਹਾਨੂੰ ਮਿਲਣ, ਇਹਨਾਂ ਦੀਆਂ ਸੀਸਾਂ ਤੁਹਾਡੀ ਆਤਮਾ ਦਾ ਭਲਾ ਕਰਨਗੀਆਂ। ਤੁਸੀਂ ਕਦੇ ਮਰੋਗੇ ਹੀ ਨਹੀਂ। ਮਨੁੱਖ ਸਰੀਰ ਕਰ, ਬੱਚੇ ਨੇ ਸਾਧੂਆਂ ਦੀ ਸੰਗਤ ਚੋਂ ਸਿੱਖਿਆ ਸੀ, ਕਹਿੰਦੇ ਕਿ ਤੁਸੀਂ ਸਰੀਰ ਨੂੰ ਮਰਨਾ ਮੌਤ ਸਮਝਦੇ ਹੋ, ਮੈਂ ਸਰੀਰ ਨੂੰ ਮਰਨਾ ਮੌਤ ਨਹੀਂ ਸਮਝਦਾ। ਤੁਸੀਂ ਮਰ ਚੁੱਕੇ ਸੀ ਪਹਿਲਾਂ ਜਦੋਂ ਮੇਰੀ ਬਲੀ ਦੇਣ ਦੀ ਗੱਲ ਕਰਦੇ ਸੀ, ਪਰ ਅੱਜ ਤੁਹਾਡੇ ਅੰਦਰ ਚੰਗੇ ਗੁਣ ਹੈ। ਮੈਂ ਕਹਿਣਾ ਇਸ ਪ੍ਰਜਾ ਦੀਆਂ, ਇਸ ਸੰਗਤ ਦੀਆਂ ਸੀਸਾਂ ਤੁਹਾਡੇ ਨਾਲ ਹੋਣ। ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਈ। ਰੱਬ ਤੇ ਵਿਸ਼ਵਾਸ ਰੱਖਣ ਵਾਲੇ ਫਾਂਸੀ ਦੀ ਸਜ਼ਾ ਬਲੀ ਟਾਲ ਕੇ ਉਹ ਰਾਜ ਪ੍ਰਾਪਤ ਕਰ ਲੈਂਦੇ ਆ। ਜੇ ਰੱਬ ਤੇ ਵਿਸ਼ਵਾਸ ਨਹੀਂ ਫਿਰ ਕੁਝ ਵੀ ਨਹੀਂ ਹੈ। ਉਹਦੇ ਤੇ ਭਰੋਸਾ। ਮਹਾਰਾਜ ਕਹਿੰਦੇ ਗੁਰਮੁਖ ਪ੍ਰਤੀਤ ਭਈ ਮਨ ਮਾਨਿਆ। ਉਸ ਬੱਚੇ ਨੇ ਰੱਬ ਤੇ ਵਿਸ਼ਵਾਸ ਰੱਖਿਆ, ਉਹਨੂੰ ਮਾਰਿਆ ਨਹੀਂ ਗਿਆ, ਉਹਨੂੰ ਰਾਜ ਮਿਲਦਾ। ਤੇ ਮਹਾਰਾਜ ਕਹਿੰਦੇ ਗੁਰੂ ਨੂੰ ਮੁੱਖ ਰੱਖ ਕੇ ਚੱਲਣ ਵਾਲੇ, ਰੱਬ ਤੇ ਭਰੋਸਾ ਰੱਖਣ ਵਾਲਿਆਂ ਦਾ ਮਨ ਬਣ ਜਾਂਦਾ। ਜਿਨ੍ਹਾਂ ਦਾ ਮਨ ਬਣ ਜਾਂਦਾ ਫਿਰ ਉਹ ਕੀ ਕਰਦੇ, ਆਨ ਦੇਣ ਸੇਵਾ ਕਰਤ ਸਮਾਏ। ਕਹਿੰਦੇ ਦਿਨ ਰਾਤ ਉਹ ਸੇਵਾ ਦੇ ਵਿੱਚ ਸਮਾਏ ਰਹਿੰਦੇ, ਸੇਵਾ ਕਰਦੇ ਆ। ਜਿਨ੍ਹਾਂ ਦਾ ਮਨ ਬਣ ਗਿਆ, ਜਿਨ੍ਹਾਂ ਦਾ ਵਿਸ਼ਵਾਸ ਗੁਰੂ ਘਰ ਤੇ ਰੱਬ ਤੇ ਜਿਨ੍ਹਾਂ ਦਾ ਭਰੋਸਾ ਹੈ, ਤੇ ਮਹਾਰਾਜ ਕਹਿੰਦੇ ਉਹ ਸਦਾ ਹੀ ਸੇਵਾ ਦੇ ਵਿੱਚ ਸਮਾਏ ਰਹਿੰਦੇ। ਅੰਨ ਦਿਨ ਤੇ ਰਾਤ ਨੂੰ ਕਹਿੰਦੇ ਆ। ਦਿਨ ਤੇ ਦੇਣੀ ਹੈ, ਅੰਨ ਦਾ ਅਰਥ ਹੈ ਰਾਤ। ਉਹ ਸਦਾ ਉਹਦੀ ਸੇਵਾ 'ਚ ਜੁੜੇ ਰਹਿੰਦੇ ਆ। ਸੇਵਾ ਦੇ ਦਾਸ ਨੇ ਬਹੁਤ ਮੇਰੀ ਅਰਥ ਕੀਤੇ ਆ। ਇੱਕ ਤੇ ਸੇਵਾ ਉਹਦੀ ਸਰੀਰ ਨਾਲ ਕਰਨੀ, ਉਹ ਅਸੀਂ ਸਾਰਾ ਦਿਨ ਗੁਰਦੁਆਰੇ ਨਹੀਂ ਰਹਿ ਸਕਦੇ ਆ। ਜੋੜੇ ਝਾੜਨ ਦੀ ਸੇਵਾ ਆਪ ਤੁਸੀਂ ਆਖੋ ਸਾਰਾ ਦਿਨ ਬੈਠਣਾ ਔਖਾ ਹੈ। ਝਾੜੂ ਮਾਰਨ ਦੀ ਸੇਵਾ ਜਾਂ ਕੁਝ ਵੀ ਹੈ, ਹਾਂ ਸੁਰਤ ਕਰਕੇ ਅਸੀਂ ਸਦਾ ਹੀ ਸੇਵਾ ਕਰਨੀ ਹੈ। ਗੁਰਬਾਣੀ ਪੜ੍ਹੀ ਜਾਣੀ, ਸ਼ਬਦ ਕੰਠ ਕਰਨੇ, ਦੂਸਰਿਆਂ ਨੂੰ ਪਿੱਛੇ ਬੁਲਾਉਣਾ, ਇਹ ਸਭ ਤੋਂ ਵੱਡੀ ਸੇਵਾ। ਗੁਰ ਕੀ ਸੇਵਾ ਸ਼ਬਦ ਵਿਚਾਰ ਦਾਸ ਬਹੁਤ ਮੇਰੀ ਅਰਥ ਕਰ ਚੁੱਕਿਆ। ਮਹਾਰਾਜ ਕਹਿੰਦੇ ਉਹ ਦਿਨ ਰਾਤ ਹੀ ਉਹਦੀ ਸੇਵਾ 'ਚ ਲੱਗੇ ਰਹਿੰਦੇ। ਜਿਨ੍ਹਾਂ ਨੂੰ ਰੱਬ ਤੇ ਭਰੋਸਾ ਹੈ, ਜਿਨ੍ਹਾਂ ਦਾ ਰੱਬ ਤੇ ਵਿਸ਼ਵਾਸ ਹੈ। ਇੱਕ ਬਹੁਤ ਵੱਡੀ ਉਦਾਹਰਨ ਸਾਨੂੰ ਪਿੱਛੇ ਜੇ ਮਿਲੀ ਜਦੋਂ ਇਹ ਕਰੋਨਾ ਨਾਂ ਦੀ ਬਿਮਾਰੀ ਆਈ। ਇੱਕ ਉਹ ਸਰੀਰ ਗਿਆ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ, ਆਪ ਜੀ ਜਾਣਦੇ ਹੋ, ਉਹ ਬਲਦੇਵ ਸਿੰਘ। ਉਹ ਸਾਰੇ ਮੀਡੀਆ ਨੇ, ਨੈਸ਼ਨਲ ਮੀਡੀਆ ਨੇ ਇੰਨਾ ਕੁ ਉਹ ਭੰਡਿਆ ਅਨੰਦਪੁਰ ਸਾਹਿਬ ਗਈਆਂ ਸੰਗਤਾਂ ਨੂੰ
ਕਹਿੰਦੇ ਜੀ ਉਹਨੇ ਫਲਾਣੇ ਥਾਂ ਤੇ ਵਿਚਰਿਆ ਜੀ, ਉਹ ਲੰਗਰ 'ਚ ਗਿਆ ਜੀ, ਉਹ ਫਲਾਣਾ ਗਿਆ, ਤੇ ਉੱਥੇ ਅਰਦਾਸਾਂ ਹੋਈਆਂ ਜੀ, ਗੁਰੂ ਸਾਹਿਬ ਜੀ ਇੰਨੀ ਸੰਗਤ ਆਈ, ਹੁਣ ਤੁਸੀਂ ਭਲਾ ਕਰਨਾ, ਡਰਾਇਆ ਤੇ ਬਹੁਤ ਗਿਆ। ਉੱਥੇ 3 ਦਿਨਾਂ ਦੇ ਅੰਦਰ 4500 ਜਿਹੜਾ ਕਰੋਨਾ ਦਾ ਟੈਸਟ ਹੋਇਆ ਜੀ। ਜਿਹੜੀ ਅਨੰਦਪੁਰ ਸੰਗਤ ਗਈ, ਘਰਾਂ 'ਚ ਜਾ ਕੇ ਵੀ ਉਹਨਾਂ ਕੀਤਾ, ਜਿਹੜੀ ਸੰਗਤ ਆਈ, ਜਿਹੜੇ ਨੇੜੇ ਨੇੜੇ ਸਾਰੇ ਅਨੰਦਪੁਰ ਸ਼ਹਿਰ ਦੇ ਵਿੱਚ ਦਰਬਾਰ ਦੇ ਨੇੜੇ ਨੇੜੇ ਘਰ ਸਨ, 4500 ਟੈਸਟ ਹੋਇਆ। 4500 ਟੈਸਟ ਦੇ ਵਿੱਚੋਂ ਇੱਕ ਵੀ ਕਰੋਨਾ ਪੋਜ਼ਿਟਿਵ ਨਹੀਂ ਆਇਆ ਸਰੀਰ। ਡਰਾਇਆ ਬਹੁਤ ਵੱਡੇ ਪੱਧਰ ਤੇ। ਉੱਥੇ ਅਰਦਾਸਾਂ ਹੋਈਆਂ, ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਵੀ ਹੋਲੇ ਮਹੱਲੇ ਤੇ ਸੰਗਤ ਆਈ ਹੈ, ਆਹ ਕੁਝ ਬੋਲਿਆ ਜਾ ਰਿਹਾ, ਕਿਤੇ ਭਾਣਾ ਉਹ ਅਰਦਾਸ ਹੋਈ। ਇਹ ਵਿਸ਼ਵਾਸ ਦੀ ਗੱਲ ਹੈ ਨਾ, ਵੀ ਜਿਹੜਾ ਗੁਰੂ ਘਰ ਆਉਂਦੇ ਵਿਸ਼ਵਾਸ ਦੇ ਨਾਲ, ਗੁਰੂ ਕਦੇ ਉਹਦਾ ਵਿਸ਼ਵਾਸ ਟੁੱਟਣ ਨਹੀਂ ਦਿੰਦਾ। ਆਹ ਨਿੱਕੀ ਜੀ ਇੱਕ ਸੋਸ਼ਲ ਮੀਡੀਆ ਤੇ ਆਪ ਜੀ ਨੇ ਕਹਾਣੀ ਪੜ੍ਹੀ ਹੋਏਗੀ, ਸ਼ਾਇਦ ਅੰਮ੍ਰਿਤਸਰ ਸ਼ਹਿਰ ਦੀ। ਇੱਕ ਬੱਚੀ ਨਿੱਕੇ ਜੀ, ਉਹ ਬਾਣੀ ਪੜ੍ਹਦੀ ਹੈ, ਨਾਮ ਜਪਦੀ ਹੈ, ਗੁਰਦੁਆਰੇ ਰੋਜ਼ ਜਾਂਦੀ ਹੈ। ਉਹ ਬੱਚੀ ਦਾ ਵਿਆਹ ਪਰਿਵਾਰ ਕਰ ਦਿੰਦੇ। ਜਿਸ ਘਰ ਦੇ ਅੰਦਰ ਉਸ ਬੱਚੀ ਦਾ ਵਿਆਹ ਹੁੰਦਾ ਹੈ, ਉਹ ਤੇ ਕਿਸੇ ਹੋਰ ਸਰੀਰ ਨੂੰ ਮੰਨਦੇ ਸਨ। ਉਹ ਕਿਸੇ ਪਖੰਡੀ ਦੇ ਡੇਰੇ ਨਾਲ ਜੁੜੇ। ਬੱਚੀ ਨੂੰ ਕਹਿੰਦੇ ਲੈ ਕੇ ਜਾਣੋ, ਕਹਿੰਦੀ ਬਿਲਕੁਲ ਨਹੀਂ, ਮੇਰਾ ਸਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਅੱਗੇ ਝੁਕਿਆ, ਮੈਂ ਕਿਤੇ ਵੀ ਨਹੀਂ ਜਾਣਾ, ਮੈਂ ਗੁਰੂ ਨਾਨਕ ਸਾਹਿਬ ਤੇ ਵਿਸ਼ਵਾਸ ਰੱਖਦੀ ਹਾਂ, ਮੈਂ ਕਿਸੇ ਪਖੰਡੀ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਣਾ। ਮੇਰਾ ਗੁਰੂ ਕਹਿੰਦੇ ਮਾਨੁਖ ਕੀ ਟੇਕ ਬਿਰਥੀ ਸਭ ਜਾਣ। ਮਨੁੱਖ ਕਿਸੇ ਨੂੰ ਕੁਝ ਨਹੀਂ ਦੇ ਸਕਦਾ, ਰੱਬ ਤੇ ਗੁਰੂ ਸਦਾ ਹੀ ਬਖਸ਼ਾ ਵਰਤਾਉਂਦੇ। ਉਹ ਬੱਚੀ ਨਾਲ ਘਿਰਨਾ ਹੋਣ ਲੱਗੇ। ਜਾਂ ਇੱਕ ਸਾਖੀ 6ਵੇਂ ਪਾਤਸ਼ਾਹ ਦੇ ਜੀਵਨ 'ਚੋਂ ਸਾਨੂੰ ਮਿਲਦੀ, ਭਾਈ ਪੱਲੇ ਵਾਲੀ ਦਾਸ ਨੇ ਕਈ ਵਾਰੀ ਸ਼ੇਅਰ ਕੀਤੀ ਆਪ ਜੀ ਦੇ ਨਾਲ। ਰੱਬ ਤੇ ਵਿਸ਼ਵਾਸ ਰੱਖਣ ਵਾਲਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਘਰੇ ਮਿਲਣ ਆਉਂਦੇ ਆ, ਔਰ ਸਾਰੀਆਂ ਦਾਤਾਂ ਨਿਵਾਜ ਕੇ ਜਾਂਦੇ ਆ। ਕਹਿੰਦੇ 24 ਘੰਟੇ ਇਸ ਘਰ 'ਚੋਂ ਲੰਗਰ ਦੀ ਤੋੜ ਨਹੀਂ ਆਏਗੀ, ਸ਼ਬਦ ਦਾ ਲੰਗਰ ਵੀ ਚੱਲੇਗਾ। ਔਰ ਉਹ ਆਪ ਜੀ ਜਤਾਲੇ ਦੀ ਉਹ ਘਟਨਾ, ਬੀਬੀ ਸੰਤੀ ਦਾ ਬੇਟਾ ਸੀ ਭਾਈ ਪੱਲਾ ਨਿੱਕਾ ਜਿਹਾ, ਗੁਰੂ ਹਰਗੋਬਿੰਦ ਸਾਹਿਬ ਮਿਲਣ ਆਉਂਦੇ, ਵਿਸ਼ਵਾਸ ਕਰਕੇ ਗੁਰੂ ਸਾਹਿਬ ਜੀ ਆਏ। ਨਹੀਂ ਤੇ ਸਾਰਾ ਪਿੰਡ ਬੜੀਆਂ ਕਬਰਾਂ ਦੀ ਪੂਜਾ ਕਰਨ ਵਾਲਾ ਹੈ। ਉਹ ਬੱਚੀ ਨੂੰ ਘਰ ਵਾਲੇ ਕੌਫਰ ਦਿੰਦੇ, ਕਹਿੰਦੇ ਜੀ ਲੈ ਆਹ ਮਹੀਨੇ ਦੀ ਜੇ 31 ਜੇ ਤੁਹਾਡਾ ਗੁਰੂ ਹਾਜ਼ਰ ਨਾਜ਼ਰ ਹੈ, ਤੁਹਾਡਾ ਕਿਹੜਾ ਗੁਰੂ ਬੋਲਦਾ? ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਸਨ। ਅਸੀਂ ਤੇ ਉਹਦੇ ਨਾਲ ਜੁੜੇ, ਉਹ ਸਾਡਾ ਗੁਰੂ, ਤੇ ਸਾਨੂੰ ਬੋਲ ਕੇ ਅਸੀਂ ਕੁਝ ਦੱਸੀਏ, ਉਹ ਸਾਨੂੰ ਅੱਗੋਂ ਬੋਲਦਾ ਹੈ। ਉਹਨਾਂ ਨੂੰ ਇਹ ਇਸ ਗੱਲ ਦਾ ਨਹੀਂ ਸੀ ਪਤਾ। ਬੱਚੀ ਨੇ ਕਿਹਾ ਵੀ ਸਤਿਗੁਰ ਜਾਗਦਾ ਹੈ ਦਿਓ, ਮੇਰਾ ਗੁਰੂ ਪੂਰਾ ਉਹ ਜਾਗਦਾ, ਉਹ ਸਦਾ ਬੋਲਦਾ, ਉਹ ਸਦਾ ਸਾਡੀ ਰੱਖਿਆ ਕਰਨ ਵਾਲਾ। ਤੂੰ ਮੇਰਾ ਰਾਖਾ ਸਭਨੀ ਥਾਈਂ। ਕਹਿੰਦੇ ਜੀ ਰੱਖਿਆ ਤੇ ਬਾਅਦ ਵੇਖ ਲਾਂਗੇ ਤੁਹਾਡਾ ਗੁਰੂ ਕਰਦਾ ਹੈ ਕਿ ਨਹੀਂ। ਉਹ ਬੱਚੀ ਨੂੰ ਕਹਿੰਦੇ ਇਸ ਮਹੀਨੇ ਦੀ 31 ਤਰੀਕ ਤੱਕ ਜੇ ਤੇਰਾ ਗੁਰੂ ਆਪਣੇ ਆਪ ਸਾਡੇ ਘਰੇ ਚੱਲ ਕੇ ਆ ਜਾਏ, ਅਸੀਂ ਵੀ ਉੱਥੇ ਜਾਣਾ ਬੰਦ ਕਰ ਦਿਆਂਗੇ। ਤੁਸੀਂ ਐਵੇਂ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਦੇ ਬੋਲ ਸਨ, ਕਿਉਂਕਿ ਉਹ ਡੇਰੇ 'ਚ ਜਾਣ ਵਾਲਿਆਂ ਦਾ ਮਾਈਂਡ ਇੰਨਾ ਕੁ ਹੈਂਗ ਕਰ ਦਿੰਦੇ ਨੇ, ਉਹ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਬੋਲਣ ਲਈ ਵੀ ਤਿਆਰ ਹੋ ਜਾਂਦੇ ਆ। ਬੋਲਣ ਦੀ ਛੱਡੋ, ਅੰਗ ਪਾੜਨੇ ਵੀ ਉਹਨਾਂ ਨੇ ਸ਼ੁਰੂ ਕਰ ਦਿੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ। ਇਹਨਾਂ ਨੂੰ ਢੋਈ ਕਿਤੇ ਮਿਲਣ ਵਾਲੀ ਨਹੀਂ। ਜਿਹੜਾ ਕਿਸੇ ਤੋਂ ਅੰਗ ਪੜਵਾਉਂਦਾ ਜਾਂ ਜਿਹੜਾ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਹੈ, ਚਲੋ ਹੁਣ ਤੇ ਮੌਕੇ ਤੇ ਵੀ ਸਜ਼ਾ ਮਿਲਣ ਲੱਗੀ ਹੈ, ਸ਼ਾਇਦ ਥੋੜੀ ਜਿਹੀ ਠੱਲ ਪਏਗੀ, ਨਹੀਂ ਤਾਂ ਰੱਬ ਤੇ ਗੁਰੂ ਘਰ ਦੇ ਘਰੋਂ ਕਦੇ ਵੀ ਬਖਸ਼ੇ ਨਹੀਂ ਜਾਣਗੇ, ਕਦੇ ਵੀ। ਜਿਹੜਾ ਕਿਸੇ ਨੂੰ ਬੇਅਦਬੀ ਕਰਨ ਵਾਸਤੇ ਪ੍ਰੇਰਦਾ, ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਬੋਲਣ ਵਾਸਤੇ ਕਹਿੰਦੇ, ਕਿਉਂਕਿ ਸਤਿਗੁਰੂ ਨਿਰਵੈਰ ਸਾਰਿਆਂ ਨੂੰ ਕਲਾਵੇ 'ਚ ਲੈਂਦਾ। ਅਸੀਂ ਤੇ ਗੁਰਦੁਆਰੇ ਦੀ ਬਿਲਡਿੰਗ ਵੀ ਬਣਾਉਣੇ ਆ ਤੇ 4 ਦਰਵਾਜ਼ੇ ਰੱਖਦੇ ਆ। ਉਪਦੇਸ਼ 4 ਵਰਨਾ ਕੋ ਸਾਂਝੇ, ਹਰੇਕ ਦਰਬਾਰ ਦੇ 4 ਦਰਵਾਜ਼ੇ ਤੁਹਾਨੂੰ ਮਿਲਣਗੇ, ਇਕੱਲੇ ਹਰਿਮੰਦਰ ਸਾਹਿਬ ਦੇ ਹੀ ਨਹੀਂ। ਸਾਰਿਆਂ ਨੂੰ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੱਦਾ। 30 ਤਰੀਕ ਲੰਘ ਗਈ ਜੀ, 30 ਤਰੀਕ ਤੱਕ ਉਹਨਾਂ ਨੂੰ ਐਸੀ ਇੱਕ ਦਿਨ ਹੋਰ ਲੰਘ ਗਿਆ। ਫਿਰ ਇਹ ਬੱਚੀ ਨੇ ਵੀ ਕਿਹਾ ਮੇਰਾ ਵਿਸ਼ਵਾਸ ਹੈ, ਮੇਰਾ ਗੁਰੂ ਹਾਜ਼ਰ ਨਾਜ਼ਰ ਹੈ, ਉਹ ਮੇਰੀ ਅਰਦਾਸ ਸੁਣੇਗਾ। ਰੋਜ਼ ਨਿਤਨੇਮ ਕਰਕੇ ਅਰਦਾਸ ਕਰਦੀ, ਸਤਿਗੁਰੂ ਨੂੰ ਤੁਹਾਨੂੰ ਮੇਰੇ ਘਰੇ ਚੱਲ ਕੇ ਆਉਣਾ ਪੈਣਾ, ਮੇਰਾ ਵਿਸ਼ਵਾਸ ਹੈ ਤੁਸੀਂ ਮੇਰੀ ਅਰਦਾਸ ਸੁਣੋਗੇ, ਤੁਹਾਡੀ ਬਖਸ਼ਿਸ਼ ਵਰਤਣੀ ਹੈ। ਉਹ 30 ਤਰੀਕ ਲੰਘ ਗਈ। ਉਦੋਂ ਜਿਹੜੇ ਕੱਚੇ ਮਕਾਨ ਹੁੰਦੇ ਸਨ, ਗੁਰਦੁਆਰੇ ਵੀ ਕੱਚੇ ਹੁੰਦੇ ਸਨ। ਰਾਤ ਨੂੰ 30 ਤਰੀਕ ਰਾਤ ਨੂੰ ਬਾਰਿਸ਼ ਸ਼ੁਰੂ ਹੋਈ ਜੀ। ਸਵੇਰੇ ਗ੍ਰੰਥੀ ਸਿੰਘ ਨਿਤਨੇਮ ਕਰਨ ਵਾਸਤੇ ਗਿਆ, ਛੱਤ 'ਚ ਹੋ ਰਹੀ ਤੋਂ ਸਿਰਕੀਆਂ ਦੀ ਛੱਤ ਹੁੰਦੀ ਸੀ, ਕਾਨਿਆਂ ਦੀ ਜਾਂ ਪਿੱਛੇ ਬਾਲਿਆਂ ਦੀਆਂ ਛੱਤਾਂ ਬਾਅਦ 'ਚ ਪੈਣ ਲੱਗੀਆਂ। ਉਹ ਗ੍ਰੰਥੀ ਸਿੰਘ ਨੇ ਪਿੰਡ ਦੇ ਜਿਹੜੇ ਮੋਤਬਰ ਬੰਦੇ ਉਹਨਾਂ ਨੂੰ ਕਿਹਾ ਜੀ ਆਪਣੇ ਗੁਰੂ ਘਰ ਦੀ ਛੱਤ ਤੇ ਸਰੂਪ ਉਹਦੀ ਬੇਅਦਬੀ ਹੋ ਸਕਦੀ ਹੈ। ਕਹਿੰਦੇ ਜੀ ਜਲਦੀ, ਉਹ ਕਹਿੰਦਾ ਜਲਦੀ ਛੱਤ ਡਿੱਗ ਵੀ ਸਕਦੀ। ਗ੍ਰੰਥੀ ਸਿੰਘ ਕਹਿੰਦੇ ਵੀ ਹੁਣ ਸਰੂਪ ਤੇ ਫਿਰ ਕਿਸੇ ਦੇ ਘਰੇ ਸਾਨੂੰ ਪ੍ਰਕਾਸ਼ ਕਰਨਾ ਪੈਣਾ। ਉਹ ਗ੍ਰੰਥੀ ਸਿੰਘ ਕਹਿੰਦਾ ਜੀ ਉਹ ਬੱਚੀ ਰੋਜ਼ ਆਉਂਦੀ ਹੈ ਗੁਰੂ ਘਰ ਤੇ, ਉਹਨੇ ਕਮਰਾ ਬਣਾਇਆ, ਉੱਥੇ ਨਿਤਨੇਮ ਕਰਦੀ ਹੈ, ਸਾਨੂੰ ਸਰੂਪ ਉਹ
ਕਮੇਟੀ ਵਾਲੇ ਕਹਿੰਦੇ ਜੀ ਇੱਕ ਬੰਦੇ ਨੂੰ ਪਹਿਲਾਂ ਭੇਜ ਦਈਏ ਆਪਾਂ, ਉਹ ਕਹਿੰਦੇ ਜੀ ਭੇਜਣ ਦੀ ਜ਼ਰੂਰਤ ਨਹੀਂ ਹੈ, ਉਹਨੇ ਚਿਰ ਨੂੰ ਛੱਤ ਡਿੱਗ ਸਕਦੀ ਹੈ, ਅਸੀਂ ਸਰੂਪ ਲੈ ਕੇ ਜਾਂਦੇ ਹਾਂ, ਕਮਰਾ ਉਹਨਾਂ ਦੇ ਘਰੇ ਤਿਆਰ ਹੈ, ਬੱਚੀ ਉੱਥੇ ਬੈਠ ਕੇ ਨਿਤਨੇਮ ਕਰਦੀ ਹੈ, ਚੰਦੋਆ ਸਾਹਿਬ ਨਾਲ ਲੈ ਜਾਂਦੇ, ਲਾ ਕੇ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੇ ਪ੍ਰਕਾਸ਼ ਕਰਦੇ ਹਾਂ। ਉਹ 31 ਤਰੀਕ ਨੂੰ ਜੀ 6-7 ਸਿੰਘ ਘਰੇ ਦਰਵਾਜ਼ੇ ਤੇ ਆਉਂਦੇ ਆ। ਹੁਣ ਘਰ ਵਾਲੇ ਦੂਜੇ ਤੇ ਬੜੇ ਖੁਸ਼ ਨੇ ਵੀ ਐਵੇਂ, ਕਈ ਕਹਿੰਦੇ ਨਾ ਵੀ ਉਹ ਇਹਦੇ ਕਾਗਜ਼ ਤੇ ਹੀ ਲਿਖਿਆ ਹੈ ਨਾ, ਸਿੱਖ ਜਿਹੜਾ ਗੁਰਮੁਖ ਪਿਆਰੂ ਹਾਜ਼ਰ ਨਾ ਤੇ ਰੱਬ ਮੰਨਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਕਿਤੇ ਅਰਦਾਸ ਕਰਿਓ। ਵਿਸ਼ਵਾਸ ਦੀ ਗੱਲ ਹੋਰ ਵੀ, ਮੈਂ ਇਤਿਹਾਸ ਪੜ੍ਹ ਰਿਹਾ ਸਾਂ, ਜੱਸਾ ਸਿੰਘ ਆਹਲੂਵਾਲੀਆ ਦੇ ਸਮੇਂ ਦੀ ਪੰਥ ਪ੍ਰਕਾਸ਼ ਭਾਈ ਸਾਹਿਬ ਨੇ ਜ਼ਿਕਰ ਕੀਤਾ ਹੈ। ਕਹਿੰਦੇ ਵੀ ਇੱਕ ਵਾਰੀ ਨਾ ਉਹ ਕਿਸੇ ਗਰੀਬ ਦੀ ਬੱਚੀ ਨੂੰ, ਉਹ ਜਿਹੜਾ ਹਾਕਮ ਸੀ ਕਸੂਰ ਦਾ, ਉਹ ਮੁਰਤਜ਼ਾ ਖਾਨ, ਉਹਨੇ ਗੁਰੂ ਅਰਜਨ ਸਾਹਿਬ ਨੂੰ ਗ੍ਰਿਫਤਾਰ ਕਰਕੇ ਉਹੀ ਲਗਿਆ ਸੀ। ਉਹਨੇ ਕਿਸੇ ਦੀ ਬੱਚੀ ਦੀ ਡੋਲੇ ਨੂੰ ਚੁਰਾ ਲਿਆ, ਡੋਲਾ ਖੋਹ ਕੇ ਲੈ ਗਿਆ। ਰਾਜੇ ਉਦੋਂ ਜਿਨ੍ਹਾਂ ਕੋਲ ਤਾਕਤ ਸੀ ਐਂ ਕਰਦੇ ਸਨ। ਉਹ ਵਿਚਾਰਾ ਆਪਣੀ ਘਰ ਵਾਲੀ ਨੂੰ ਛੱਡ ਕੇ ਨਾ ਅਕਾਲ ਤਖਤ ਸਾਹਿਬ ਤੇ ਆ ਗਿਆ। ਕਹਿੰਦਾ ਜੀ ਮੇਰੀ ਇੱਜ਼ਤ ਲੈ ਕੇ ਖੋ ਕੇ, ਉਹ ਗਰੀਬ ਸੀ ਵਿਚਾਰਾ, ਵੈਸੇ ਉਹਨੂੰ ਬ੍ਰਾਹਮਣ ਕਿਹਾ ਸੀ ਵੀ ਗਰੀਬ ਸੀ, ਅਕਾਲ ਤਖਤ ਸਾਹਿਬ ਤੇ ਆਇਆ। ਹੁਣ ਜਿੰਨੇ ਇੱਕ ਸਿੰਘ ਬੈਠੇ ਸਨ ਕਹਿੰਦੇ ਵੀ ਇਹ ਸ਼ਰਨ ਚ ਆਇਆ ਹੈ ਅਕਾਲ ਤਖਤ ਸਾਹਿਬ ਦੀ, ਤੇ ਸਾਨੂੰ ਵੀ ਜਾ ਕੇ ਮਦਦ ਕਰਨੀ ਚਾਹੀਦੀ ਹੈ। ਹੁਣ ਇਹ 6-7 ਸਰੀਰ ਨੇ, ਉਹਦੇ ਨਾਲ ਮੁਰਤਜ਼ਾ ਖਾਨ ਦੇ ਨਾਲ ਫੌਜ ਹੈ, ਰਫਲਾ ਬੜੀ। ਉਹ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਵੀ ਸਾਨੂੰ ਜਾਣਾ ਚਾਹੀਦਾ ਹੈ ਕਿ ਨਹੀਂ, ਉਹਦੇ ਕੋਲ ਤਾਕਤ ਬੜੀ ਹੈ, ਸਾਡੇ ਕੋਲ ਤਾਕਤ ਕੋਈ ਨਹੀਂ ਹੈ। ਉਹਨਾਂ ਨੇ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲਿਆ ਜੀ, ਪ੍ਰਮਾਣਿਕ ਇਤਿਹਾਸ ਹੈ ਸਾਡੇ ਕੋਲ। ਹੁਕਮਨਾਮਾ ਲਿਆ, ਹੁਕਮਨਾਮਾ ਆਇਆ। ਭਾਈ ਸਾਹਿਬ ਜੀ ਨੇ ਹੁਣ ਬਸੰਤ ਕੀ ਵਾਰ ਦਾ ਕੀਰਤਨ ਕਰਦੇ ਆ। ਬਸੰਤ ਦੀ ਵਾਰ ਦੇ ਵਿੱਚ ਹੁਕਮਨਾਮਾ ਆਇਆ, ਪੰਜੇ ਬੱਧੇ ਮਹਾਬਲੀ ਕਰ ਸੱਚਾ ਢੂਆ, ਆਪਣੇ ਚਰਨ ਜਪਾਏ ਹਨ ਨਿਤ ਦਇਓ ਖਟੂਆ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ। ਜਦੋਂ ਅਰਦਾਸ ਆਈ ਨਾ ਵੀ ਇਹਨਾਂ ਨੂੰ ਤੇ ਵਕਾਰੀਆਂ ਨੂੰ ਤੁਸੀਂ ਬੰਨ੍ਹ ਕੇ ਲਿਆ ਸਕਦੇ, ਭਾਵੇਂ ਗਿਣਤੀ ਥੋੜੀ ਹੈ। ਅਰਦਾਸ ਕਰਕੇ ਉਹ ਨਿਕਲੇ ਜੀ ਅਕਾਲ ਤਖਤ ਸਾਹਿਬ ਤੋਂ, ਕਹਿੰਦੇ ਇਹਦੀ ਮਦਦ ਕਰਨੀ ਚਾਹੀਦੀ। ਇੱਕ ਘੋੜੇ ਤੇ ਸਵਾਰ ਨਿਹੰਗ ਸਿੰਘ ਖੜਾ ਹੈ। ਉਹ ਨਿਹੰਗ ਸਿੰਘ ਕਹਿੰਦਾ ਮੈਂ ਵੀ ਤੁਹਾਡੇ ਨਾਲ ਜਾਣਾ ਹੈ। ਉਹ ਕਹਿੰਦੇ ਤੁਹਾਨੂੰ ਪਤਾ ਉਹਦੇ ਕੋਲ ਫੌਜ ਬੜੀ, ਅਸੀਂ 5-4 ਸਰੀਰ ਹੈ। ਉਹ ਨਿਹੰਗ ਸਿੰਘ ਕਹਿੰਦੇ ਆਪਣੇ ਸਰੀਰ ਉਹਨਾਂ ਦੇ ਭਾਰੀ ਪੈਣਗੇ। ਇਤਿਹਾਸਕਾਰਾਂ ਨੇ ਲਿਖਿਆ ਕੋਈ ਆਮ ਇਨਸਾਨ ਨਹੀਂ। ਅਰਦਾਸ ਸੁਣ ਕੇ ਸ਼ਾਇਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ 5-7 ਸਿੰਘਾਂ ਦੀ ਮਦਦ ਕਰਨ ਵਾਸਤੇ ਨਾਲ ਆ ਗਏ। ਫਿਰ ਉਸ ਬੱਚੀ ਨੂੰ ਛੁਡਾ ਕੇ ਲਿਆਂਦਾ ਜੀ। ਉਹ ਬੱਚੀ ਨੂੰ ਕਹਿੰਦਾ ਭਾਵੇਂ ਵਿਸ਼ਵਾਸ ਕਰਨ ਵਾਲਾ ਸਦਾ ਜਿੱਤ ਪ੍ਰਾਪਤ ਕਰਦਾ ਹੈ। ਇੱਥੇ ਗਿਣਤੀ ਦੀ ਗੱਲ ਨਹੀਂ ਹੈ ਵੀ ਗਿਣਤੀ ਥੋੜੀ ਹੈ ਜੋ ਉਹਨਾਂ ਦੀ ਗਿਣਤੀ ਜ਼ਿਆਦੀ ਹੈ। ਵਿਸ਼ਵਾਸ ਸੀ ਵੀ ਗੁਰੂ ਸਾਹਿਬ ਦਾ ਹੁਕਮਨਾਮਾ ਆਇਆ, ਅਸੀਂ ਇਹਨਾਂ ਤੇ ਜਿੱਤ ਪ੍ਰਾਪਤ ਕਰਨੀ ਹੈ। ਉਹ ਮਹਾਰਾਜ ਦਾ ਸਰੂਪ ਲੈ ਆਏ ਜੀ। ਘਰ ਵਾਲੇ ਤੇ ਬੜੇ ਖੁਸ਼ ਸਨ ਵੀ ਕਿਹੜਾ ਗੁਰੂ ਗ੍ਰੰਥ ਸਾਹਿਬ ਨੇ। ਉਹ ਗ੍ਰੰਥੀ ਸਿੰਘ ਨੇ ਦਰਵਾਜ਼ਾ ਖੜਕਾਇਆ, ਬੱਚੀ ਘਰੇ ਹੀ ਉਹ ਬੱਚੀ ਦਾ ਸਹੁਰਾ ਆਇਆ ਜੀ। ਉਹਨੇ ਜਦੋਂ ਕੁੰਡਾ ਖੋਲ੍ਹਿਆ ਤੇ ਸਾਹਮਣੇ ਗ੍ਰੰਥੀ ਸਿੰਘ ਦੇ ਸੀਸ ਤੇ ਸਰੂਪ ਗੁਰੂ ਗ੍ਰੰਥ ਸਾਹਿਬ ਦਾ। ਕਹਿਣ ਲੱਗੇ ਤੁਹਾਡੇ ਘਰੇ ਸਰੂਪ ਦਾ 4 ਦਿਨ ਪ੍ਰਕਾਸ਼ ਕਰਨਾ, ਜਿੰਨਾ ਚਿਰ ਬਾਰਿਸ਼ ਨਹੀਂ ਰੁਕਦੀ ਜਾਂ ਛੱਤ ਨਹੀਂ ਠੀਕ ਹੁੰਦੀ। ਉਹ ਬੱਚੀ ਦੌੜ ਕੇ ਗਈ, ਉਹਨੇ ਬੜਾ ਸਤਿਕਾਰ ਕੀਤਾ ਜੀ। ਉਹਨੇ ਕਮਰਾ ਤਿਆਰ ਕੀਤਾ ਜੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਸਾਰਿਆਂ ਨੇ ਮੱਥਾ ਟੇਕਿਆ, ਕਹਿਣ ਲੱਗੇ ਬੱਚੀਏ ਸਾਨੂੰ ਮਾਫ ਕਰੀ, ਸੱਚ ਜਾਣੀ ਤੇਰਾ ਗੁਰੂ ਹਾਜ਼ਰ ਨਾਜ਼ਰ ਹੈ। ਵਿਸ਼ਵਾਸ ਕਰਨ ਵਾਲਿਆਂ ਨੂੰ ਕਦੇ ਗੁਰਮੁਖ ਪਿਆਰਿਓ ਗੁਰੂ ਸਾਹਿਬ ਜੀ ਉਹਨਾਂ ਦਾ ਵਿਸ਼ਵਾਸ ਟੁੱਟਣ ਨਹੀਂ ਦਿੰਦੇ। ਜਿਹੜੇ ਵਿਸ਼ਵਾਸ ਕਰ, ਜਿਨ੍ਹਾਂ ਦੀ ਪ੍ਰਤੀਤ ਹੈ, ਜਿਨ੍ਹਾਂ ਦਾ ਭਰੋਸਾ ਹੈ, ਤੁਸੀਂ ਕਰਕੇ ਵੇਖ ਲਿਓ, ਵਿਸ਼ਵਾਸ ਕਰਕੇ ਵੇਖਿਓ, ਤੁਹਾਡਾ ਵਿਸ਼ਵਾਸ ਕਦੇ ਗੁਰੂ ਟੁੱਟਣ ਨਹੀਂ ਦੇਗਾ। ਇੱਥੇ ਬਚਨ ਜਿਹੜੇ ਆਪਾਂ ਪੜ੍ਹੇ, ਮਨਮੁਖ ਪ੍ਰਤੀਤ ਭਈ ਮਨ ਮਾਨਿਆ, ਆਨ ਦਿਨ ਸੇਵਾ ਕਰਤ ਸਮਾਏ। ਉਹ ਦਿਨ ਰਾਤ ਸਰੀਰ ਸੇਵਾ 'ਚ ਸਮਾਇਆ ਰਹਿੰਦੇ। ਅੰਤਰ ਸਤਿਗੁਰ ਗੁਰੂ ਸਭ ਪੂਜੇ। ਉਹ ਅੰਦਰੋਂ ਨਾ ਸਤਿਗੁਰੂ ਨੂੰ ਪੂਜਦਾ, ਗੁਰੂ ਸਭ ਪੂਜੇ। ਸਾਰਿਆਂ 'ਚ ਉਹਨੂੰ ਗੁਰੂ ਨਜ਼ਰ ਆਉਂਦਾ ਹੈ। ਗੁਰਮੁਖ ਪਿਆਰਿਓ ਜਦੋਂ ਮਨੁੱਖ ਦੀ ਅਵਸਥਾ ਬਣ ਜਾਂਦੀ ਹੈ ਨਾ, ਉਹਦੇ ਵਿੱਚੋਂ ਉਹਨੂੰ ਗੁਰੂ ਨਜ਼ਰ, ਹਰੇਕ ਦੇ ਵਿੱਚੋਂ ਗੁਰੂ ਨਜ਼ਰ ਆਉਂਦਾ ਹੈ, ਹਰੇਕ 'ਚੋਂ ਉਹਨੂੰ ਰੱਬ ਨਜ਼ਰ ਆਉਂਦਾ ਹੈ। ਇਹ ਸਿੱਖ ਦਾ ਭਰੋਸਾ ਹੈ, ਵਿਸ਼ਵਾਸ ਹੈ। ਉਹ ਕਹਿੰਦਾ ਵੀ ਹਰੇਕ ਦੇ ਅੰਦਰ ਰੱਬ ਬੈਠਾ, ਗੁਰੂ ਬੈਠਾ। ਜਿਨ੍ਹਾਂ ਦੇ ਅੰਦਰ ਗੁਰੂ ਵਰਤਦਾ, ਜਿਨ੍ਹਾਂ ਦੇ ਅੰਦਰ ਨਹੀਂ ਵਰਤਦਾ, ਉਹ ਤੇ ਨਫ਼ਰਤ ਨਾਲ, ਈਰਖਾ ਨਾਲ ਭਰੇ ਹੋਏ ਹੈ। ਉਹਨਾਂ ਨੂੰ ਗੁਰੂ ਤੇ ਰੱਬ ਕਿੱਥੇ ਨਜ਼ਰ ਆਏਗਾ। ਫਿਰ ਅਗਲੇ ਬਚਨ ਨੇ ਸਤਿਗੁਰ ਕਾ ਦਰਸ਼ ਦੇਖੇ ਸਭ ਆਏ। ਕਹਿੰਦੇ ਫਿਰ ਸਾਰਿਆਂ ਪਾਸੇ ਉਹ ਸਤਿਗੁਰਾਂ ਦਾ ਦਰਸ਼ਨ ਕਰਦਾ ਹੈ। ਜਿੱਧਰ ਵੇਖਦੇ ਉਹਨੂੰ ਗੁਰੂ ਨਜ਼ਰ ਆਉਂਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਗੁਰੂ ਤੋਂ ਬਗੈਰ, ਗੋਬਿੰਦ ਤੋਂ ਬਗੈਰ ਕੋਈ ਹੈ ਹੀ ਨਹੀਂ ਹੈ। ਉਹਨੂੰ ਸਾਰਿਆਂ ਤੋਂ ਸਤਿਗੁਰੂ ਨਜ਼ਰ ਆਉਂਦਾ। ਮੰਨੀਏ ਸਤਿਗੁਰ
ਪਰਮ ਵਿਚਾਰੀ ਸਿੱਖੋ, ਤੁਹਾਨੂੰ ਮੰਨਣਾ ਚਾਹੀਦਾ ਸਤਿਗੁਰਾਂ ਦੀ ਜਿਹੜੀ ਅੰਦਰਲੀ ਵਸਤ ਹੈ, ਜਿੰਨੇ ਵੱਡੇ ਉੱਚੇ ਤੇ ਸੁੱਚੇ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਨੇ, ਇਹੋ ਜਿਹਾ ਪਰਮ ਵਿਚਾਰੀ ਤੁਹਾਨੂੰ ਸੰਸਾਰ 'ਚੋਂ ਕੋਈ ਨਹੀਂ ਮਿਲੇਗਾ। ਜਿੰਨੇ ਉੱਚੇ ਸੁੱਚੇ ਵਿਚਾਰ ਗੁਰੂ ਗ੍ਰੰਥ ਸਾਹਿਬ ਦੇ ਨੇ, ਜਿੰਨਾ ਉੱਚਾ ਸੁੱਚਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਬਣਾਉਣਾ ਚਾਹੁੰਦਾ, ਬੰਦਾ ਤੁਹਾਡੇ ਨਾਲ ਧੋਖਾ ਕਰੇਗਾ। ਉਹ ਆਪਣੇ ਲਾਲਚ ਕਰਕੇ ਨਾ ਉਹ ਤੁਹਾਡੇ ਨਾਲ ਅੰਦਰ ਦੀ ਗੱਲ ਨਹੀਂ ਕਰੇਗਾ। ਤੇ ਗੁਰੂ ਸਾਹਿਬ ਜੀ ਤੇ ਸਾਨੂੰ ਪਰਮ ਵਿਚਾਰੀ ਸਾਨੂੰ ਵੀ ਬਣਾਉਂਦੇ, ਜਿੱਥੇ ਆਪ ਗੁਰੂ ਸਾਹਿਬ ਜੀ ਪਰਮ ਵਿਚਾਰੀ ਹੈ। ਜਿਤ ਮਿਲਿਆ ਤਿਸਨਾ ਭੁੱਖ ਸਭ ਜਾਏ। ਮਹਾਰਾਜ ਕਹਿੰਦੇ ਜਿਸ ਗੁਰੂ ਨੂੰ ਮਿਲਣ ਕਰਕੇ ਨਾ ਮਾਇਆ ਦੀ ਭੁੱਖ ਚਲੀ ਜਾਂਦੀ, ਇਹਨੂੰ ਤ੍ਰੇਹ ਵੀ ਕਿਹਾ, ਪਿਆਸ ਵੀ ਕਿਹਾ, ਇਹਨੂੰ ਭੁੱਖ ਵੀ ਚਲੀ ਜਾਂਦੀ ਹੈ ਜੀ। ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਸਦਾ ਬਲਿਹਾਰ ਜਾਂਦਾ, ਆਪਣੇ ਸਤਿਗੁਰ ਕਹਿ ਬਲਿਹਾਰੇ। ਆਗੇ ਸੁਖ ਪਾਸੇ ਸੁਖ ਸਹਿਜਾ ਘਰ ਆਨੰਦ ਹਮਾਰੇ। ਜੋ ਪ੍ਰਭ ਸੱਚਾ ਦੇ ਭਲਾਏ, ਮੈਂ ਐਸੇ ਸਤਿਗੁਰਾਂ ਤੋਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ, ਜਿਹੜਾ ਗੁਰੂ ਉਸ ਪ੍ਰਭੂ ਸੱਚੇ ਨੂੰ ਬੁਲਾ ਦਿੰਦਾ। ਸਾਨੂੰ ਗੁਰੂ ਰੱਬ ਨਾਲ ਬੁਲਾਉਂਦਾ ਹੀ ਨਹੀਂ ਹੈ, ਸਾਨੂੰ ਗੁਰੂ ਰੱਬ ਰੂਪ ਬਣਾ ਦਿੰਦਾ, ਰੱਬ ਵਾਲੇ ਗੁਣ ਮਨੁੱਖ 'ਚ ਭਰ ਦਿੰਦਾ। ਉਹ ਫਿਰ ਮਨੁੱਖ ਰੱਬ ਦਾ ਰੂਪ ਹੋ ਨਿਬੜਦਾ। ਨਾਨਕ ਕਰਮ ਪਾਇਆ ਤਿੰਨ ਸੱਚਾ। ਕਰਮ ਦਾ ਇੱਥੇ ਬਖਸ਼ਿਸ਼ ਹੈ, ਉਹਦੀ ਸੱਚੀ ਬਖਸ਼ਿਸ਼ ਵਰਤੀ ਤੇ ਸੱਚਾ ਮਿਲਿਆ। ਮਿਲਦਾ ਕਿਹਨੂੰ? ਜੋ ਗੁਰ ਚਰਨੀ ਲੱਗੇ ਆਏ, ਜਿਹੜੇ ਗੁਰੂ ਚਰਨਾਂ ਦੇ ਨਾਲ ਆ ਕੇ ਜੁੜ ਗਏ, ਜਿਨ੍ਹਾਂ ਦਾ ਭਰੋਸਾ ਹੈ, ਜਿਹੜੇ ਗੁਰੂ ਚਰਨਾਂ ਨਾਲ ਲੱਗ ਗਏ ਉਹਨਾਂ ਨੂੰ ਰੱਬ ਮਿਲ ਗਿਆ। ਜਿਹੜੇ ਨਹੀਂ ਜੁੜਦੇ, ਸਤਿਗੁਰਾਂ ਦੇ ਬਚਨ ਨੇ, ਸਤਿਗੁਰ ਕੀ ਪ੍ਰਤੀਤ ਨਾ ਆਈਆ